श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ करके हाजरी भर रहे हों, आओ सब तो पहला गुरु बख्शी फतेह बुलाओ प्यार सत्कार दे नाल। सब माई भाई आखो वाहिगुरु जी का खालसा वाहिगुरु जी की फतेह। सतगुरु जी की रहमत होई, ਚੱਠੇਵਾਲਾ नगर की समुची संगत उपर जिन्हां वल्लों रल मिल करके साहिबे कमाल नीले दे शाह सवार दीन दुनिया की रखिया करन वाले सब धर्मां नूं मान अदब सत्कार देण वाले श्री गुरु गोबिंद सिंह महाराज उन्हां दे अवतार दिहाड़ियां नूं मुख रखदियां होइयां धार्मिक समागम उलीके गए हैं। कल पहला दीवान सी आपां रल मिल करके गुरु चरणों विच हाजरी लवाई। सो अज दूसरे दिन गुरु चरणों विच हाजरी भरन लई तुसीं असीं आपां सारे पहुँचे हाँ। मालिक रहमत करे जिन्ना क समा अपने कोल है इहदा रल मिल करके पूरा पूरा लाहा प्राप्त करिए। कल आप जी ने सुनिया कलयुगी जीवां नूं तारन वास्ते धर्मियां दा मान वधाउण वास्ते दुष्टां दा नाश करन वास्ते धन गुरु गोबिंद सिंह महाराज जी नूं अकाल पुरख ने अपना पुत्र बना के भेजिया। पटना साहिब विच महाराज जी ने अवतार धारण किया, वो सारा बिरतांत कल आपां साझा कीता सी। उथों चल के साध संगत जी गुरु गोबिंद सिंह महाराज कई थामां तो हुंदे होए अपने नानके घर लखनौर भी आए। उथों श्री आनंदपुर साहिब आके धरती नूं भाग लाए। पहला इस जगह का नाम सी चक माता नानकी। गुरु तेग बहादुर महाराज की शहीदी तो बाद गुरु गोबिंद सिंह महाराज ने इसका नाम बदल के श्री आनंदपुर साहिब रखिया। ते जदों गुरु तेग बहादुर महाराज की शहीदी हुई, सतगुरु जी ने पूछया सी भाई जैते नूं कि दिल्ली विच कोई सिख है नहीं सी, किसी ने इस अत्याचार के विरुद्ध आवाज़ नहीं उठाई। भाई जैता जी ने कहा सी महाराज होएगे पर मैनू तां नहीं दिसिया कोई। उत्थे किहड़ा पछाण आउंदी सी सिख कौन है ते मुगल कौन है। तो गुरु साहब ने भाई जैता जी नूं छाती ना ला के नाले तां मान बख्शिया रंगरेटा गुरु का बेटा, ते नाले वादा कीता सी जैते समा आएगा आपां ऐसा खालसा साजांगे जिहड़ा लखां करोड़ां विचों वखरा ही दिसिया करेगा। फिर उसकी तैयारी आरंभ की गुरमुख। आनंदपुर साहिब रहिंदियां होइयां
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਹੋਇਆ। ਮਾਤਾ ਜੀਤੋ ਜੀ ਦੇ ਨਾਲ ਸ਼ਾਦੀ ਹੋਈ। ਕੁਝ ਸਮਾਂ ਹੋਰ ਬਤੀਤ ਹੋਇਆ, ਫਿਰ ਦੂਸਰਾ ਵਿਆਹ ਹੋਇਆ ਮਾਤਾ ਸੁੰਦਰੀ ਜੀ ਦੇ ਨਾਲ। ਗੁਰੂ ਜੀ ਦੀ ਉਮਰ ਤਕਰੀਬਨ 18-19 ਸਾਲ ਦੀ ਹੋ ਗਈ ਤੇ ਸਿੱਖ ਸੰਗਤਾਂ ਗੁਰੂ ਮਹਾਰਾਜ ਦਾ ਸਤਿਕਾਰ ਕਰਨ ਵਾਸਤੇ ਜਾਂਦੀਆਂ। ਇੱਕ ਲਾਹੌਰ ਦਾ ਸੌਦਾਗਰ ਸੀ ਦੁਨੀ ਚੰਦ ਗੁਰਮੁਖ। ਉਹਦੀ ਭਾਵਨਾ ਪੂਰੀ ਕੋਈ ਹੋਈ ਤੇ ਉਹਨੇ ਗੁਰੂ ਜੀ ਵਾਸਤੇ ਇੱਕ ਸੁੰਦਰ ਚਾਨਣੀ ਤਿਆਰ ਕੀਤੀ। ਪਹਿਲਾਂ ਦਿੱਲੀ ਦਰਬਾਰ ਵੀ ਭੇਜੀ ਸੀ ਇੱਕ ਚਾਨਣੀ ਬਣਾ ਕੇ, ਬਹੁਤ ਸੋਹਣੀ। ਦੂਜੀ ਵਾਰ ਚਾਨਣੀ ਬਣਾਈ ਤੇ ਉਹਦੀ ਸ਼ਰਧਾ ਬਣ ਗਈ, ਇਹ ਮੈਂ ਗੁਰੂ ਜੀ ਨੂੰ ਭੇਟਾ ਕਰਾਂਗਾ। ਉਸ ਵੇਲੇ ਦਾ ਪੂਰਾ 2 ਲੱਖ ਰੁਪਇਆ ਖਰਚਾ ਆਇਆ ਗੁਰੂ। ਸੁੱਚੀਆਂ ਝਾਲਰਾਂ, ਚਾਂਦੀ ਦੀਆਂ ਚੋਭਾਂ, ਸੋਹਣੇ ਸੋਹਣੇ ਫੁੱਲ ਗੁੰਦੇ, ਚਾਨਣੀ ਥੱਲੇ ਬਹਿ ਕੇ ਐਂ ਲੱਗਦਾ ਸੀ ਦੇਖਣ ਵਾਲੇ ਜਿਵੇਂ ਅਸ਼ੋਕ ਵਾਟਕਾ 'ਚ ਕੋਈ ਬੈਠਾ ਹੁੰਦਾ ਹੈ। ਬਹੁਤ ਸੋਹਣੀ ਛੱਬ। ਤੇ ਜਦੋਂ ਸਤਿਗੁਰ ਜੀ ਦੇ ਦਰਬਾਰ ਸਾਹਿਬ ਵਿੱਚੋਂ ਚਾਨਣੀ ਸਜਾਈ, ਆਲੇ ਦੁਆਲੇ ਤਿਆਰ ਬਰ ਤਿਆਰ ਗੁਰੂ ਕੇ ਸਿੱਖ, ਤੇ ਬਹੁਤ ਸੋਹਣਾ ਤਖਤ ਫਬਿਆ ਗੁਰਮੁਖ। ਸੋਭਾ ਬਹੁਤ ਵਧੀ। ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਸੰਗਤਾਂ ਲੈ ਕੇ ਆਉਂਦੀਆਂ ਸ੍ਰੀ ਅਨੰਦਪੁਰ ਸਾਹਿਬ। ਇੱਕ ਰਾਜਾ ਰਤਨ ਰਾਏ ਹੋਇਆ ਗੁਰਮੁਖ, ਤਰੀਪੁਰ ਦਾ, ਅਸਾਮ ਦਾ। ਜਦੋਂ ਗੁਰੂ ਮਹਾਰਾਜ ਢਾਕੇ ਗਏ ਸੀ, ਅਸਾਮ ਗਏ ਜਿੱਥੇ ਗੁਰਦੁਆਰਾ ਧੋਬੜੀ ਸਾਹਿਬ ਹੈ, 2 ਰਾਜਿਆਂ ਦੀ ਸੁਲ੍ਹਾ ਕਰਾਈ ਸੀ। ਤਾਂ ਉੱਥੇ ਤਰੀਪੁਰ ਦਾ ਰਾਜਾ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ। ਇਧਰੋਂ ਗੁਰੂ ਸਾਹਿਬ ਨੂੰ ਘਰ ਵਿੱਚ ਸੁਪੁੱਤਰ ਹੋਣ ਦੀ ਖਬਰ ਮਿਲੀ। ਮਹਾਰਾਜ ਨੇ ਬਹੁਤ ਪੁੰਨਦਾਨ ਕੀਤਾ, ਕੀਰਤਨ ਹੋਇਆ, ਰੱਬੀ ਗੁਣ ਗਾਏ ਗਏ ਸਨ। ਤਾਂ ਉਸ ਵੇਲੇ ਉਹ ਰਾਜਾ ਤਾਂ ਬਹੁਤ ਖੁਸ਼ ਹੋਇਆ, ਪਰ ਜਿਹੜੀ ਰਾਣੀ ਸੀ ਉਹ ਥੋੜੀ ਜੀ ਉਦਾਸ ਹੋ ਗਈ ਗੁਰਮੁਖ। ਮਹਾਰਾਜ ਨੇ ਉਦਾਸੀ ਦਾ ਕਾਰਨ ਪੁੱਛਿਆ ਗੁਰੂ ਤੇਗ ਬਹਾਦਰ ਜੀ ਨੇ, ਤੇ ਉਹ ਰਾਣੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਤੁਹਾਡੇ ਘਰ ਵਿੱਚ ਅੱਜ ਖੁਸ਼ੀਆਂ ਨੇ ਤੇ ਮੇਰੇ ਅੱਖਾਂ 'ਚ ਹੰਝੂ ਤਾਂ ਆਏ ਆ ਵੀ ਰੱਬ ਕਰੇ ਕਿਤੇ ਸਾਡੇ ਵੀ ਖੁਸ਼ੀ ਹੋ ਜਾਊ। ਰਾਜ ਭਾਗ ਤਾਂ ਹੈਗਾ, ਪਰ ਮੂਹਰੇ ਕੋਈ ਸਾਂਭਣ ਵਾਲਾ ਹੈ ਨਹੀਂ। ਜਾਨ ਸੁਣੀਆਂ ਰਾਜ ਦੀਆਂ ਗੱਦੀਆਂ, ਵਾਜੋ ਪਿਆਰੇ ਪੁੱਤਰਾਂ ਦੇ। ਗੁਰੂ ਤੇਗ ਬਹਾਦਰ ਸਾਹਿਬ ਦਇਆ ਦੇ ਘਰ ਵਿੱਚ ਆਏ, ਬਚਨ ਕਰਤਾ, ਕਹਿੰਦੇ ਜਾਓ ਤੁਹਾਡੇ ਘਰ ਵੀ ਸੁਪੁੱਤਰ ਪੈਦਾ ਹੋ, ਤੇ ਹੋਊ ਵੀ ਸ਼ਰਧਾ ਵਾਲਾ ਜਿਹਦੀ ਗੁਰੂ ਘਰ ਨਾਲ ਨੇੜਤਾ ਬਣੀ ਰਹੂ। ਰਾਣੀ ਦੇ ਮਨ ਵਿੱਚ ਸ਼ੰਕਾ ਆ ਗਿਆ ਵੀ ਗੁਰੂ ਜੀ ਨੇ ਬਚਨ ਤਾਂ ਕਰਤਾ, ਅਸੀਂ ਤਾਂ ਬਹੁਤ ਦੇਵੀ ਦੇਵਤੇ ਵੀ ਪੂਜੇ ਐ, ਕਈ ਥਾਵਾਂ ਤੇ ਜਾ ਕੇ ਸੁਖਣਾ ਸੁਖੀ, ਤੇ ਕੀ ਪਤਾ ਲੱਗੂ ਵੀ ਇਹ ਗੁਰੂ ਘਰ ਦੀ ਬਖਸ਼ਿਸ਼ ਹੈ ਜਾਂ ਕਿਸੇ ਦੇਵੀ ਦੇਵਤੇ ਦੀ ਕਿਰਪਾ ਹੋਈ ਹੈ। ਜਦੋਂ ਇੰਨਾ ਖਿਆਲ ਰਾਣੀ ਦੇ ਮਨ 'ਚ ਆਇਆ, ਜਾਣੀ ਜਾਣ ਗੁਰੂ ਤੇਗ ਬਹਾਦਰ ਮਹਾਰਾਜ ਕੋਲੇ ਮੋਹਰ ਸੀ ਸੁਨਹਿਰੀ ਅੱਖਰਾਂ ਦੀ, ਬੈਠੇ ਬੈਠਿਆਂ ਨੇ ਨਾ ਰਾਜੇ ਦੇ ਪੱਟ ਤੇ ਲਾਤੀ। ਕਹਿੰਦੇ ਰਾਜਨ, ਤੇਰੀ ਰਾਣੀ ਦੇ ਮਨ 'ਚ ਆ ਗਿਆ ਸ਼ੰਕਾ, ਲੈ ਇਹ ਵੀ ਦੂਰ ਕਰ ਦਿੰਦੇ ਆ। ਆਹ ਜਿਹੜੀ ਮੋਹਰ ਮੈਂ ਤੇਰੇ ਪੱਟ ਤੇ ਲਾਈ ਹੈ ਨਾ,
ਇਹ ਜਿਹੜਾ ਬੱਚਾ ਤੇਰੇ ਘਰ ਪੈਦਾ ਹੋਣਾ ਉਹਦੇ ਮੱਥੇ ਤੇ ਨਿਸ਼ਾਨ ਹੋਊਗਾ। ਜੇ ਹੋਇਆ ਫਿਰ ਤਾਂ ਸਮਝ ਲਈ ਗੁਰੂ ਘਰ ਦੀ ਬਖਸ਼ਿਸ਼ ਹੈ, ਤੇ ਜੇ ਨਾ ਹੋਇਆ ਭਾਈ ਫਿਰ ਕਿਸੇ ਹੋਰ ਦੀ ਸਮਝ ਲਿਓ। ਸਮਾਂ ਪਾ ਕੇ ਫਿਰ ਰਾਣੀ ਸਵਰਨਮਤੀ ਦੇ ਪੇਟੋਂ ਪੁੱਤਰ ਪੈਦਾ ਹੋਇਆ। ਪੁੱਤ ਤਾਂ ਹੋ ਗਿਆ, ਨਿਆਣੀ ਉਮਰ ਸੀ ਬੱਚੇ ਦੀ, ਤੇ ਇਹਦਾ ਘਰ ਵਾਲਾ ਚਲਾਣਾ ਕਰ ਗਿਆ ਗੁਰਮੁਖੋ। ਫਿਰ ਰਾਣੀ ਨੇ ਰਾਜ ਭਾਗ ਵੀ ਸੰਭਿਆ, ਆਪਣੇ ਪੁੱਤਰ ਨੂੰ ਵੀ ਪਾਲਿਆ। ਬੱਚਾ ਵੱਡਾ ਹੋ ਗਿਆ, ਜਦੋਂ ਥੋੜੀ ਜੀ ਸੁਰਤ ਸੰਭਲੀ, ਇੱਕ ਦਿਨ ਸ਼ੀਸ਼ੇ ਮੂਹਰੇ ਖੜਾ ਆਪਣੇ ਵਾਲ ਵਾਹੀ ਜਾਂਦਾ ਗੁਰਮੁਖ। ਜਦੋਂ ਕੇਸ ਵਾਹੁਣ ਲੱਗਿਆ ਤੇ ਸ਼ੀਸ਼ੇ ਵਿੱਚ ਖੜਾ ਹੈ, ਆਪਣੀ ਮਾਂ ਨੂੰ ਕਹਿੰਦਾ, ਮਾਂ ਇੱਧਰ ਆਇਓ। ਰਾਣੀ ਸਵਰਨਮਤੀ ਭੱਜ ਕੇ ਆਈ। ਹਾਂ ਬੇਟਾ ਕੀ ਹੋ ਗਿਆ? ਕਹਿੰਦਾ ਹੋਇਆ ਤਾਂ ਕੁਛ ਨਹੀਂ, ਮੈਨੂੰ ਇਹ ਦੱਸ ਵੀ ਮੈਂ ਬਹੁਤ ਸੋਹਣਾ, ਪਰ ਆ ਮੇਰੇ ਮੱਥੇ ਤੇ ਨਿਸ਼ਾਨ ਕਾਹਦਾ? ਕੀ ਗੱਲ ਕੋਈ ਸੱਟ ਲੱਗ ਗਈ ਸੀ? ਤੇ ਰਾਣੀ ਨੇ ਫਿਰ ਦੱਸਿਆ, ਕਹਿੰਦੀ ਪੁੱਤ ਸੱਟ ਕਾਹਨੂੰ ਵੱਜੀ ਹੈ? ਗੁਰੂ ਤੇਗ ਬਹਾਦਰ ਮਹਾਰਾਜ ਆਏ ਸਨ, ਸਾਡੇ ਔਲਾਦ ਨਹੀਂ ਸੀ ਹੁੰਦੀ, ਅਸੀਂ ਉਹਨਾਂ ਮੂਹਰੇ ਬੇਨਤੀ ਕੀਤੀ ਸੀ, ਉਹਨਾਂ ਨੇ ਤੇਰੇ ਹੋਣ ਦਾ ਵਰ ਦਿੱਤਾ ਸੀ, ਨਾਲੇ ਕਿਹਾ ਸੀ ਤੇਰੇ ਬਾਪ ਦੇ ਪੱਟ ਤੇ ਮੋਹਰ ਲਾ ਕੇ ਵੀ ਇਹ ਨਿਸ਼ਾਨੀ ਤੁਹਾਡੇ ਪੁੱਤ ਦੇ ਮੱਥੇ 'ਚ ਹੋਊ। ਇਹ ਤਾਂ ਗੁਰੂ ਘਰ ਦੀ ਨਿਸ਼ਾਨੀ ਹੈ। ਤੇ ਰਤਨ ਰਾਏ ਫਿਰ ਕਹਿੰਦਾ, ਮਾਂ ਅੱਜ ਤੱਕ ਕਿਉਂ ਨਹੀਂ ਦੱਸਿਆ? ਦੇਖੋ ਗ੍ਰਸਤੀ ਬੈਠੇ ਹੋ, ਆਪਾਂ ਨੂੰ ਵੀ ਲੋੜਾਂ ਪੈਂਦੀਆਂ। ਔਰਤ ਇਮਾਨ, ਪੁੱਤਰ ਨਿਸ਼ਾਨ, ਦੌਲਤ ਗੁਜਰਾਨ, ਕਹਿੰਦੇ ਆ ਨਾ ਸਿਆਣੇ। ਜੇ ਪੁੱਤ ਧੀ ਮੰਗਣਾ ਹੈ, ਜੇ ਸਿੱਖ ਪਰਿਵਾਰਾਂ ਨਾਲ ਸੰਬੰਧਤ ਹੋ ਤਾਂ ਕਿਤੇ ਹੋਰ ਨਾ ਜਾਇਓ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ, ਕਿਉਂ ਆਪਣਾ ਗੁਰੂ ਇਹ ਹੈ। ਜਿਹੜੀ ਗੁਰੂ ਘਰ ਦੀ ਬਖਸ਼ਿਸ਼ ਹੋਵੇ, ਭਜਨ ਪਾਠ ਸੇਵਾ ਕਰਕੇ ਮਿਲੀ ਹੋਵੇ ਦਾਤ, ਉਹ ਗੁਰੂ ਘਰ ਤੋਂ ਟੁੱਟਦੀ ਨਹੀਂ ਹੁੰਦੀ ਗੁਰਮੁਖ। ਆਪਾਂ ਭਾਵੇਂ ਟੁੱਟ ਜਾਈਏ, ਹੁਣ ਰਾਣੀ ਤਾਂ ਭੁੱਲ ਗਈ ਸੀ, ਪਰ ਬੱਚੇ ਨੇ ਫੇਰ ਵੀ ਕਿਹਾ, ਕਹਿੰਦਾ ਮਾਂ ਪਹਿਲਾਂ ਕਿਉਂ ਨਹੀਂ ਦੱਸਿਆ? ਜਿਹੜੇ ਗੁਰੂ ਵਿੱਚ ਐਡੀ ਵੱਡੀ ਤਾਕਤ ਹੈ, ਇਹੇ ਜੇ ਮਾਲਕ ਦਾ ਤਾਂ ਦਰ ਛੱਡਣਾ ਨਹੀਂ ਚਾਹੀਦਾ। ਦਰ ਕਦੇ ਨਾ ਛੱਡੀਏ ਜੀ, ਐਸੇ ਪਿਆਰੇ ਦਾ 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 ਦਰ ਕਦੇ ਨਾ ਛੱਡੀਏ ਜੀ, ਐਸੇ ਪਿਆਰੇ ਦਾ। ਵਾਹ ਵਾਹ ਵਡਿਆਈਆਂ ਤੇਰੀਆਂ, ਵਾਹ ਵਾਹ ਵਡਿਆਈਆਂ ਤੇਰੀਆਂ, ਵਡਿਆਈਆਂ ਤੇਰੀਆਂ, ਵਾਹ ਵਾਹ ਵਡਿਆਈਆਂ ਤੇਰੀਆਂ, ਵਾਹ ਵਾਹ ਵਡਿਆਈਆਂ ਤੇਰੀਆਂ, ਵਾਹ ਵਾਹ ਵਡਿਆਈਆਂ ਤੇਰੀਆਂ। ਮਹਿਮਾ ਕਿਸ ਰਸਨਾ ਨਾਲ ਗਾਵਾਂ, ਵਾਹ ਵਾਹ ਵਡਿਆਈਆਂ ਤੇਰੀਆਂ, ਵਾਹ ਵਾਹ ਵਡਿਆਈਆਂ ਤੇਰੀਆਂ। ਕਿਸ ਰਸਨਾ ਨਾਲ ਗਾਵਾਂ, ਵਾਹ ਵਾਹ ਵਡਿਆਈਆਂ ਤੇਰੀਆਂ, ਵਾਹ ਵਾਹ ਵਡਿਆਈਆਂ ਤੇਰੀਆਂ। ਮਹਿਮਾ ਕਿਸ ਰਸਨਾ ਨਾਲ ਗਾਵਾਂ, ਵਾਹ ਵਾਹ ਵਡਿਆਈਆਂ ਤੇਰੀਆਂ, ਵਾਹ ਵਾਹ ਵਡਿਆਈਆਂ ਤੇਰੀਆਂ। ਰਾਜਾ ਰਤਨ ਰਾਏ ਕਹਿਣ ਲੱਗਿਆ, ਰਾਣੀ ਮਾਂ ਚੱਲ ਫਿਰ ਐਸੇ ਗੁਰੂ ਦਾ ਦਰਸ਼ਨ ਕਰੀਏ। ਤੇ ਰਾਣੀ ਨੇ ਫਿਰ ਕਿਹਾ ਸੀ, ਬੇਟਾ ਜਾਣਾ ਤਾਂ ਮੈਂ ਵੀ ਚਾਹੁੰਦੀ ਸੀ, ਪਰ ਮੈਂ ਸੁਣਿਆ
कि 9वें पातशाह गुरु तेग बहादुर महाराज देश कौम की खातर शहीदी पा गए। रतन राय कहंदा फिर कोई तो होएगा ही ना उस गद्दी का मालिक, जाना जरूर है। फिर तैयारी की असाम तो गुरु तरीपुर राज सी इन्हां दा, तरीपुर दे राजे सी, उथों तैयारी की। राजा रतन राय फिर अपनी माता नूं नाल लैके बहुत पिटामा लैके आया, बहुत सारी माया। एक प्रसादी हाथी जिहदा कद तां मदरा जा सी, पर उन्हें सिखाया सी काफ़ी कुछ। पंचकला शास्त्र, सोने दियां मोहरां, जेवर, कई रंगां दे गुरु जी वास्ते वस्त्र ते 5 घोड़े गुरमुख, एक चंदन दी चौंकी। ये चीज़ां लैके रतन राय जदों आया ना श्री आनंदपुर साहिब, धन गुरु गोबिंद सिंह महाराज नूं सिख ने सुनेहा देता भी महाराज असाम दा राजा है, कोई वो दर्शनां नूं आया। पातशाह कहंदे ठीक है, उन्हां दा बाहर टकाना कर दो, गुरु घर वल्लों खुलियां रस्तां वास्तां छकन छकाउण दे पदार्थ भेज दिओ। रात लंघ गई ते दूसरे दिन इधर गुरु जी ने फिर वो जिहड़ी पहला दुनी चंद ने चाननी भेजी सी वो लगवाई स्पैशल, बहुत सोहनी फब्बे। आले दुआले सेवादार खड़े, रतन राय नूं आग्या मिल गई, आजो जी कर लो दर्शन। ते जदों रतन राय आया तकरीबन गुरु जी की उम्र के बराबर जिही सी हिसाब किताब उहदा भी। ते आके महाराज दे कीते दर्शन देख के हैरान रह गया गुरमुख। पता क्यों? कीर्तन हो ही जाता है, 2 सिख एक सज्जे एक खब्बे खड़े, दोने चौर साहब करन वारी वारी, ऐ लगे जिवें फुੱਲ दे उत्ते भौर महक लैंदे हुंदे। संगत बड़े अदब नाल बैठी। रतन राय ने आके मत्था टेकिया। कवि जान लिखते ने, करां की सिफत गुरु दरबार दी, 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 करां की सिफत गुरु दरबार दी। गुरु दरबार संगतां सुहाउंदियां, प्रेम रंग रत्तियां शब्द गाउंदियां, गूंजदी ए धुनी सत कर तार दी, गूंजदी ए धुनी सत कर तार दी, करां की सिफत गुरु दरबार 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 दी। हैरान हो गया, ऐसी शोभा। आके मत्था टेकिया, फिर वो भेटावां दित्तियां। गुरु जी नूं दस्सिया, महाराज आ मैं तुहाडे वास्ते एक प्रसादी हाथी भेटा कर दिया। मधरा कद है, मत्थे दे उत्ते ना रोटी जिन्ना गोल निशान गुरमुख, ते मत्थे चों वो गोल निशान तो 2 धारियां जिवें पट्टी लाई हुंदी है इदां पूछ तक जांदियां सी। ते वो हाथी नूं सिखाया सी, उहने फड़ के ना सुराही जल दे नाल गुरु जी दे चरण धोते। गुरु गुण सी उह च। ते सुंड दे विच चौर साहब फड़ के महाराज जी नूं चौर कीता। गुरमुख जदों इहदे बारे दस्सिया, महाराज बहुत खुश होए। सतगुर ने उहदा नाम रखिया सी प्रसादी हाथी। गुरु फिर एक चंदन दी चौंकी मूहरे रखती। कहंदा पातशाह जी इहदे उत्ते तुसीं सजना है,
ਚੰਦਨ ਦੀ ਲੱਕੜ ਦੀ ਬਣੀ ਹੋਈ। ਜਦੋਂ ਉਹਦੇ ਤੇ ਇੱਕ ਬਟਨ ਲੱਗਿਆ ਸੀ, ਜਦੋਂ ਦੱਬਿਆ ਨਾ ਬਟਨ, ਵਿੱਚੋਂ ਪੁਤਲੀਆਂ ਨਿਕਲ ਕੇ ਗੁਰਮੁਖ ਪਿਆਰਿਓ ਨਾਚ ਕਰਨ, ਨਾਲੇ ਪਾਸਾ ਖੇਲਣ ਪੁਤਲੀਆਂ। ਬਹੁਤ ਖੁਸ਼ ਹੋਏ ਪਾਤਸ਼ਾਹ। ਇੱਕ ਪੰਚਕਲਾ ਸ਼ਸਤਰ ਭੇਟਾ ਕੀਤਾ, ਉਹਦੇ ਬਟਨ ਲੱਗੇ ਹੋਏ। ਪਹਿਲਾ ਬਟਨ ਦੱਬਣ ਤਾਂ ਚਾਕੂ ਬਣ ਜੇ, ਦੂਜਾ ਬਟਨ ਦੱਬਿਆ ਤੇ ਕਿਰਚ ਬਣ ਜੇ, ਤੀਜਾ ਬਟਨ ਦੱਬਿਆ ਤੇ ਪਿਸਟਲ ਬਣ ਜੇ। ਐਦਾਂ 5 ਹਥਿਆਰ ਬਣਦੇ ਸੀ ਉਹਦੇ। ਉਹ ਵੀ ਭੇਟਾ ਕੀਤਾ। ਜੇਵਰ ਸੋਨੇ ਦੇ, ਪੰਜੇ ਘੋੜੇ, ਕਈ ਰੰਗਾਂ ਦੇ ਬਸਤਰ ਸੀ। ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਭੇਟਾ ਕੀਤੇ ਜਿਹੜੇ। ਤੇ ਉੱਥੇ ਸਤਿਗੁਰੂ ਜੀ ਨੇ ਤਰ੍ਹਾਂ ਤਰ੍ਹਾਂ ਦੇ ਬਚਨ ਖੁਸ਼ੀਆਂ ਦੇ ਕੀਤੇ। ਰਾਜਾ ਰਤਨ ਰਾਏ ਭੇਟਾਵਾਂ ਗੁਰੂ ਘਰ ਨੂੰ ਦੇਖ ਕੇ ਫਿਰ ਕਈ ਦਿਨ ਆਨੰਦਪੁਰ ਸਾਹਿਬ ਰਿਹਾ ਗੁਰਮੁਖ। ਇਹ ਵੀ ਯਾਦ ਰੱਖਿਓ, ਜਿੱਥੇ ਗੁਰਦੁਆਰਾ ਭਬੌਰ ਸਾਹਿਬ ਬਣਿਆ ਨਾ, ਇਸ ਜਗ੍ਹਾ ਤੇ ਗੁਰੂ ਜੀ ਨੇ ਰਤਨ ਰਾਏ ਦੀ ਸ਼ਾਦੀ ਆਪ ਕਰਵਾਈ ਸੀ। ਬਾਅਦ ਵਿੱਚ ਇਹ ਹੋਇਆ, ਜਿਹੜਾ ਰਾਜਾ ਮੇਦਨੀ ਪ੍ਰਕਾਸ਼ ਸੀ, ਪੌਂਟਾ ਸਾਹਿਬ ਵਾਲਾ, ਨਾਹਨ ਰਿਆਸਤ ਦਾ, ਉਹ ਵੀ ਗੁਰੂ ਘਰ ਤੇ ਸ਼ਰਧਾ ਰੱਖਦੇ ਸੀ। ਕਿਉਂਕਿ ਤਕਰੀਬਨ 4.5 ਸਾਲ ਦਾ ਸਮਾਂ ਮਹਾਰਾਜ ਪੌਂਟਾ ਸਾਹਿਬ ਰਹੇ। ਤੇ ਉਹ ਮੇਦਨੀ ਪ੍ਰਕਾਸ਼ ਦੀ ਧੀ ਸੀ ਜਿਹੜੀ, ਉਹਦੇ ਵਾਸਤੇ ਰਾਜੇ ਨੇ ਲੱਭਣਾ ਸੀ ਵਰ। ਪਰ ਉਹਨਾਂ ਦਾ ਪ੍ਰੇਮ ਗੁਰੂ ਘਰ ਨਾਲ ਇਹੋ ਜਿਹਾ ਬਣ ਗਿਆ, ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਮੈਂ ਆਪਣੀ ਧੀ ਦੀ ਸ਼ਾਦੀ ਉਹਦੇ ਨਾਲ ਕਰੂੰ ਜਿਹੜਾ ਰਾਜਾ ਗੁਰੂ ਘਰ ਦਾ ਸ਼ਰਧਾਲੂ ਹੋਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਰਤਨ ਰਾਏ ਦੇ ਨਾਲ ਰਾਜਾ ਮੇਦਨੀ ਪ੍ਰਕਾਸ਼ ਦੀ ਲੜਕੀ ਦਾ ਵਿਆਹ ਕਰਵਾਇਆ ਸੀ ਗੁਰੂ। ਰਾਜਾ ਭਬੌਰ ਵੀ ਗੁਰੂ ਘਰ ਦਾ ਸ਼ਰਧਾਲੂ ਬਣਿਆ। ਇੱਕ ਦਿਨ ਗੁਰੂ ਸਾਹਿਬ ਸ਼ਿਕਾਰ ਖੇਡਦੇ ਖੇਡਦੇ ਉਧਰ ਗਏ। ਬੇਨਤੀ ਪ੍ਰਵਾਨ ਕਰਕੇ ਮਹਾਰਾਜ 13 ਦਿਨ ਉੱਥੇ ਰਹੇ। ਸਾਧ ਸੰਗਤ ਜੀ, ਰਤਨ ਰਾਏ ਦਾ ਵਿਆਹ ਵੀ ਗੁਰੂ ਜੀ ਨੇ ਆਪ ਕਰਵਾਇਆ। ਫਿਰ ਇਸ ਤਰ੍ਹਾਂ ਦੇ ਕੌਤਕ ਆਨੰਦਪੁਰ ਸਾਹਿਬ ਵਿੱਚ ਕੀਤੇ। ਇੱਕ ਦਿਨ ਆਪਣੀ ਮੌਜ ਚ ਆਏ ਮਹਾਰਾਜ, ਕਹਿੰਦੇ ਵੀ ਆਪਾਂ ਸਾਜਣਾ ਖਾਲਸਾ ਪੰਥ, ਇਹਦੀ ਤਿਆਰੀ ਸ਼ੁਰੂ ਕਰ ਲਓ। ਮਿਸਤਰੀ ਬੁਲਾਏ। ਪਾਤਸ਼ਾਹ ਕਹਿੰਦੇ ਏਦਾਂ ਕਰੋ, ਇੱਕ ਸਾਡੇ ਵਾਸਤੇ ਨਗਾਰਾ ਬਣਾ ਦਿਓ। ਕਿਉਂਕਿ ਔਰੰਗਜ਼ੇਬ ਕਹਿੰਦਾ ਸੀ ਕਿ ਮੇਰੇ ਰਾਜ ਵਿੱਚ ਮੇਰੇ ਤੋਂ ਬਿਨਾਂ ਕੋਈ ਨਗਾਰਾ ਨਹੀਂ ਵਜਾ ਸਕਦਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਸਿਰ ਤੇ ਕਲੰਗੀ ਨਹੀਂ ਲਾ ਸਕਦਾ, ਕੋਈ ਉੱਚਾ ਆਸਣ ਲਾ ਕੇ ਨਹੀਂ ਬਹਿ ਸਕਦਾ। ਮੇਰੇ ਸਤਿਗੁਰ ਕਹਿੰਦੇ ਅਸੀਂ ਸਾਰਾ ਕੁਝ ਹੀ ਕਰਾਂਗੇ। ਕਿਉਂਕਿ ਜਿਹੜੀ ਕੌਮ ਸੀ ਨਾ, ਇਹ ਬੁਝਦਿਲ ਹੋ ਚੁੱਕੀ ਸੀ। ਹੁਣ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ, ਕੋਈ ਬੋਲਿਆ ਉੱਥੇ ਗੁਰਮੁਖੋ? ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ, ਕੋਈ ਵੀ ਨਹੀਂ ਬੋਲਿਆ। ਭਾਈ ਸਤੀ ਦਾਸ ਨੂੰ ਜਿਉਂਦੇ ਨੂੰ ਰੂੰ ਚ ਲਪੇਟ ਕੇ ਸਾੜ ਦਿੱਤਾ, ਕੋਈ ਵੀ ਨਹੀਂ ਬੋਲਿਆ, ਕਿਸੇ ਨੇ ਆਵਾਜ਼ ਨਹੀਂ ਸੀ ਉਠਾਈ। ਭਾਈ ਦਿਆਲਾ ਜੀ ਨੂੰ ਦੇਗ ਚ ਉਬਾਲਤਾ, ਰਾਜੇ ਤੋਂ ਡਰਦਾ ਕੋਈ ਨਹੀਂ ਸੀ ਬੋਲਦਾ। ਮਹਾਰਾਜ ਕਹਿੰਦੇ ਮਰਦਾਂ ਦੇ ਤਾਈਂ ਕੌਮਾਂ ਦੀ ਤਕਦੀਰ ਬਣਾਉਣੀ ਪੈਂਦੀ ਏ। ਜਦ ਹੱਦ ਜ਼ੁਲਮ ਦੀ ਹੋ ਜਾਵੇ, ਫਿਰ ਮਾਲਾ ਰੱਖ ਕੇ ਤੇ ਸੱਜਣੋ ਸ਼ਮਸ਼ੀਰ ਉਠਾਉਣੀ ਪੈਂਦੀ ਏ। ਐਂ ਤਾਂ ਕਹਿੰਦੇ ਪਰਜਾ ਨਾਲ ਧੱਕਾ ਹੋਊਗਾ, ਨਾ ਜ਼ੁਲਮ ਕਰਨਾ ਤੇ ਨਾ ਹੀ ਜ਼ੁਲਮ ਸਹਿਣਾ। ਆਖੋ ਸਤਨਾਮ। ਦੁਨੀਆ ਤਾਂ ਡਰਦੀ ਸੀ, ਪਰ ਸਤਿਗੁਰ ਕਹਿੰਦੇ ਵੀ ਨਗਾਰਾ ਬਣਾਓ। ਮਿਸਤਰੀਆਂ ਨੇ ਬਹੁਤ ਸੋਹਣਾ ਇੱਕ ਨਗਾਰਾ ਤਿਆਰ ਕਰਤਾ, ਜਿਹਨੂੰ ਸਿੱਖ ਪੰਥ ਵਿੱਚ ਰਣਜੀਤ ਨਗਾਰਾ ਕਿਹਾ ਜਾਂਦਾ ਹੈ। ਤੇ ਜਦੋਂ ਨਗਾਰਾ ਤਿਆਰ ਕੀਤਾ, ਮਸੰਦਾਂ ਨੂੰ ਤਾਂ ਪੈ ਗਈ ਭਾਜੜ।
ਕਈ ਮਾਤਾ ਜੀ ਕੋਲੇ ਚਲੇ ਗਏ, ਕਹਿੰਦੇ ਮਾਤਾ ਜੀ ਰਾਜੇ ਦੇ ਹੁਕਮ ਦੀ ਉਲੰਘਣਾ ਹੋ ਰਹੀ ਹੈ, ਜੇ ਇਹਨਾਂ ਨੇ ਨਗਾਰਾ ਵਜਾ ਲਿਆ ਤੇ ਰਾਜੇ ਆਪਣਾ ਵਿਰੋਧ ਕਰਨਗੇ, ਆਪਣੇ ਤੇ ਫੌਜ ਚੜਾ ਕੇ ਲਿਆਉਣਗੇ। ਗੁਰੂ ਸਾਹਿਬ ਕਹਿੰਦੇ ਆ ਜਾਣ, ਫਿਰ ਆਪਣੇ ਕਿਹੜਾ ਚੂੜੀਆਂ ਪਾਈਆਂ, ਇਹੀ ਤਾਂ ਮੈਂ ਕੌਮ 'ਚ ਜਜ਼ਬਾ ਭਰਨਾ। ਆ ਜਿਹੜੇ ਅੱਜ ਧਰਨੇ ਲਾਉਨੇ ਹੋ ਨਾ ਗੁਰਮਖੋ, ਮਾੜੀ ਜੀ ਗੱਲ ਹੋ ਜੇ, ਆਪਣੇ ਹੱਕਾਂ ਦੀ ਖਾਤਰ ਆਵਾਜ਼ ਉਠਾਉਣੇ ਹੋ, ਇਹ ਜੇ ਜਜ਼ਬਾ ਸਾਡੇ 'ਚ ਭਰਿਆ ਤੇ ਭਰਿਆ ਹੀ ਸਾਡੇ ਗੁਰੂ ਸਾਹਿਬ ਨੇ ਆ। ਆਖੋ ਸਤਨਾਮ ਵਾਹਿਗੁਰੂ, ਸਤਿ ਸ੍ਰੀ ਅਕਾਲ। ਪਹਿਲਾਂ ਨਹੀਂ ਸੀ ਕੋਈ ਕੁਸ਼ਕਦਾ ਗੁਰਮੁਖ। ਜਾਂ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਬਰ ਨੂੰ, ਤੂੰ ਬਾਬਰ ਨਹੀਂ ਜਾਬਰ ਹੈ, ਜਾਬਰ। ਕਾਹਦੇ ਵਾਸਤੇ ਪਾਪ ਕਮਾਉਂਦਾ ਫਿਰਦਾ? ਗੁਰੂ ਸਾਹਿਬਾਂ ਨੇ ਸਾਡੇ ਵਿੱਚ ਹਿੰਮਤ ਪਾਈ। ਗੁਰੂ ਸਾਰੇ ਚਾਹੁੰਦੇ ਸੀ ਵੀ ਨਗਾਰਾ ਨਾ ਬਣਾਇਆ ਜਾਵੇ, ਪਰ ਮਹਾਰਾਜ ਕਹਿੰਦੇ ਭਾਈ ਜੈਤੇ ਲਾ ਨਗਾਰੇ ਤੇ ਚੋਟ। ਸਭ ਤੋਂ ਪਹਿਲਾਂ ਚੋਟ ਨਗਾਰੇ ਤੇ ਭਾਈ ਜੈਤਾ ਜੀ ਨੇ ਲਾਈ ਸੀ। ਗੁਰੂ ਜਦੋਂ ਤਿਆਰ ਹੋ ਗਿਆ ਨਾ ਰਣਜੀਤ ਨਗਾਰਾ, ਮਹਾਰਾਜ ਜੀ ਨੇ ਪੜਿਆ, ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਐ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਇੰਨਾ ਕਹਿ ਕੇ ਫਿਰ ਪਾਤਸ਼ਾਹ ਨੇ ਕਿਹਾ ਸੀ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਲਾ ਭਾਈ ਜੈਤੇ ਨਗਾਰੇ ਤੇ ਚੋਟ। ਉਸ ਵੇਲੇ ਭਾਈ ਜੈਤਾ ਜੀ ਨੇ ਫਿਰ ਨਗਾਰੇ ਤੇ ਜ਼ੋਰ ਦੀ ਚੋਟ ਲਾਈ ਸੀ। ਜਦੋਂ ਨਗਾਰੇ ਤੇ ਲੱਗੀ ਚੋਟ, ਉਹਦੀ ਆਵਾਜ਼ ਹੀ ਇੰਨੀ ਸੀ, ਕਹਿੰਦੇ ਧਰਤੀ ਆਕਾਸ਼ ਵੀ ਕੰਬੇ। ਗੁਰੂ ਲੈ ਬੋਲਿਓ ਸਾਰੀ ਸੰਗਤ, ਬੱਜਿਆ ਜਦ ਰਣਜੀਤ ਨਗਾਰਾ, ਕੰਬਣੀ ਛਿੜੀ ਪਹਾੜਾਂ ਨੂੰ। 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 ਜਦ ਰਣਜੀਤ ਨਗਾਰਾ, ਕੰਬਣੀ ਛਿੜੀ ਪਹਾੜਾਂ ਨੂੰ। ਬੱਜਿਆ ਜਦ ਰਣਜੀਤ ਨਗਾਰਾ, ਕੰਬਣੀ ਛਿੜੀ ਪਹਾੜਾਂ ਨੂੰ। ਬੱਜਿਆ ਜਦ ਰਣਜੀਤ ਨਗਾਰਾ, ਕੰਬਣੀ ਛਿੜੀ ਪਹਾੜਾਂ ਨੂੰ। ਬੱਜਿਆ ਜਦ ਰਣਜੀਤ ਨਗਾਰਾ, ਕੰਬਣੀ ਛਿੜੀ ਪਹਾੜਾਂ ਨੂੰ। ਪਿਆਰੇ ਜੀ ਧਰਤੀ ਆਕਾਸ਼ ਕੰਬ ਗਏ। 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 ਭਾਈ ਜੈਤਾ ਜੀ ਨੇ ਰਣਜੀਤ ਨਗਾਰਾ ਵਜਾਇਆ ਤੇ ਧਰਤੀ ਆਕਾਸ਼ ਵੀ ਕੰਬੇ। ਜਿਹੜੇ ਨੇੜੇ ਨੇੜੇ ਜਾਨਵਰ ਪੰਛੀ ਜੰਗਲ ਦੇ ਸੀ, ਭੱਜ ਤੁਰੇ ਸਾਰੇ ਗੁਰਮੁਖੋ। ਉਸ ਵੇਲੇ
ਸਤਿਗੁਰ ਜੀ ਨੇ ਸਿੱਖਾਂ ਨੂੰ ਸ਼ਾਸਤਰਾਂ ਦਾ ਅਭਿਆਸ ਕਰਾਉਣਾ ਸ਼ੁਰੂ ਕੀਤਾ। ਉਦੋਂ ਬਾਅਦ ਗੁਰਮੁਖੋ ਰਾਜਾ ਮੇਦਨੀ ਪ੍ਰਕਾਸ਼ ਆਇਆ। ਉਹਨੇ ਬੇਨਤੀ ਕੀਤੀ, ਉਹਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਤਕਰੀਬਨ 4.5 ਸਾਲ ਦਾ ਸਮਾਂ ਪਾਉਂਟਾ ਸਾਹਿਬ ਦੀ ਧਰਤੀ ਤੇ ਰਹੇ। ਉੱਥੇ ਰਹਿੰਦਿਆਂ ਹੋਇਆਂ 52 ਕਵੀ ਰੱਖੇ, ਪ੍ਰਾਤਨ ਇਤਿਹਾਸ ਪੜ੍ਹਿਆ, ਸੁਣਿਆ, ਵਾਚਿਆ ਤੇ ਸੋਧ ਕੇ ਲਿਖਿਆ। ਅੱਜ ਇਹਨੂੰ ਸ਼੍ਰੀ ਦਸਮ ਗ੍ਰੰਥ ਸਾਹਿਬ ਕਹਿੰਦੇ ਹੋ। ਜ਼ਿਆਦਾਤਰ ਇਹਦੀ ਬਾਣੀ ਉੱਥੇ ਲਿਖੀ ਗਈ ਗੁਰੂ। ਉੱਥੇ ਰਹਿੰਦਿਆਂ ਹੋਇਆਂ ਸਤਿਗੁਰ ਜੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਉੱਥੇ ਹੀ ਮਹਾਰਾਜ ਨੇ ਭੰਗਾਣੀ ਦਾ ਪਹਿਲਾ ਯੁੱਧ ਲੜਿਆ ਸੀ ਗੁਰੂ। ਉਹ ਜਿੱਤਿਆ ਤੇ ਉੱਥੇ ਹੀ ਕਿਹਾ ਸੀ ਵੀ ਜਦੋਂ ਵੀ ਸਿੱਖ ਨੂੰ ਸਿੱਖ ਮਿਲੇ ਫਤਿਹ ਬੁਲਾਇਆ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਭੰਗਾਣੀ ਸਾਹਿਬ ਤੋਂ ਬਖਸ਼ੀ ਸਾਨੂੰ ਫਤਿਹ ਗੁਰੂ। ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਇੱਕ ਦਿਨ ਕਹਿੰਦੇ ਜੀ ਇੱਥੇ ਸ਼ੇਰ ਰਹਿੰਦਾ ਹੈ, ਬਹੁਤ ਖੂੰਖਾਰ ਹੈ, ਜਿਹਨੂੰ ਮਿਲ ਜੇ ਬਸ ਮਾਰ ਕੇ ਹੀ ਛੱਡਦਾ ਹੈ। ਪਸ਼ੂਆਂ ਦਾ ਨੁਕਸਾਨ ਕਰਦਾ ਹੈ, ਬੰਦਿਆਂ ਦਾ ਨੁਕਸਾਨ ਕਰਦਾ ਹੈ। ਸ਼ਿਕਾਰ ਖੇਡਣ ਮਹਾਰਾਜ ਕਹਿੰਦੇ ਚਲੋ ਚੱਲੀਏ। ਉੱਥੇ ਇੱਕ ਪਿੰਡ ਪੈਂਦਾ ਹੈ, ਪਿੰਡ ਨਿਹਾਲਗੜ੍ਹ ਗੁਰਮੁਖ। ਹੁਣ ਤਾਂ ਗੁਰਦੁਆਰਾ ਸਾਹਿਬ ਬਣਿਆ, ਗੁਰਦੁਆਰਾ ਸ਼ੇਰਗਾਹ ਸਾਹਿਬ। ਉੱਥੇ ਇੱਕ ਰੁੱਖ ਦੇ ਹੇਠਾਂ ਘੋਰਨਾ ਬਣਾਇਆ, ਸ਼ੇਰ ਸੁੱਤਾ ਪਿਆ ਤੇ ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਜੀ ਹੁਣ ਸੁੱਤਾ ਪਿਆ, ਫੌਜੀਆਂ ਨੂੰ ਭੇਜ ਦਿੰਨੇ ਆ, ਸੁੱਤੇ ਪਏ ਨੂੰ ਮਾਰ ਦੇਣਗੇ। ਮਹਾਰਾਜ ਕਹਿੰਦੇ ਇਹ ਫਿਰ ਕਿਹੜਾ ਸ਼ਿਕਾਰ ਹੋਇਆ ਬਈ? ਰਾਜਨਾ ਮਿਲਦਾ ਨਹੀਂ ਜਸ ਦਗੇ ਨਾਲ ਮਾਰ ਕੇ, ਕਰੀਏ ਬੈਰੀ ਤੇ ਵਾਰ ਲਲਕਾਰ ਕੇ। ਉਹ ਮਾਰੀਏ ਨਾ ਸੱਟ ਕਿਸੇ ਡਿੱਗੇ ਪਏ ਦੇ, ਭੱਜੀਏ ਨਾ ਪਿੱਛੇ ਕਦੀ ਭੱਜ ਗਏ ਦੇ। ਯੋਧੇ ਆ, ਸੁੱਤੇ ਪਏ ਤੇ ਵਾਰ ਨਹੀਂ ਕਰਨਾ, ਉਹਨੂੰ ਵੰਗਾਰੋ ਪਹਿਲਾਂ। ਰਾਜਾ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਡਰ ਗਏ, ਕਿਉਂਕਿ ਸ਼ੇਰ ਬਹੁਤ ਖੂੰਖਾਰ ਜ਼ਾਲਮ ਸੀ, ਕਿਸੇ ਦੇ ਕਾਬੂ ਨਹੀਂ ਸੀ ਆਉਂਦਾ ਗੁਰਮੁਖ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਲਾਓ ਬਈ ਨਗਾਰੇ ਤੇ ਚੋਟ। ਜਦੋਂ ਚੋਟ ਲਾਈ ਨਗਾਰੇ ਤੇ ਸ਼ੇਰ ਉੱਠਿਆ ਗੁਰਮੁਖੋ। ਇੱਕ ਤਾਂ ਉਹ ਬਹੁਤ ਜ਼ਾਲਮ ਸੀ ਤੇ ਜਦੋਂ ਦੇਖਿਆ ਵੀ ਆਲੇ ਦੁਆਲੇ ਫੌਜਾਂ ਖੜੀਆਂ, ਚੜ ਗਿਆ ਗੁੱਸਾ, ਇੱਕਦਮ ਗਰਜਿਆ ਗੁਰਮੁਖੋ। ਜਦੋਂ ਭੱਜ ਕੇ ਆਇਆ ਰਾਜਾ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਤਾਂ ਹੋ ਗਏ ਪਾਸੇ ਡਰਦੇ ਹੋਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੂਹਰੇ ਢਾਲ ਕਰਤੀ ਗੁਰਮੁਖ। ਸਿਰ ਭੱਜਿਆ ਆਉਂਦਾ ਸੀ, ਮਾਰੀ ਛਾਲ ਢਾਲ ਤੇ ਇੱਕੋ ਵਾਰ ਤਲਵਾਰ ਦਾ ਕੀਤਾ, 2 ਟੋਟੇ ਕਰਕੇ ਸਿੱਟਤਾ ਗੁਰਮੁਖ। ਉੱਥੇ ਸ਼ੇਰ ਦਾ ਸ਼ਿਕਾਰ ਵੀ ਕੀਤਾ। ਕਈ ਤਰ੍ਹਾਂ ਦੇ ਕੌਤਕ ਵਰਤਾਉਂਦੇ ਹੋਏ ਮਹਾਰਾਜ ਪਾਉਂਟਾ ਸਾਹਿਬ ਤੋਂ ਵਾਪਸ ਆਨੰਦਪੁਰ ਸਾਹਿਬ ਆਉਂਦੇ ਆ। ਇੱਥੇ ਆ ਕੇ ਗੁਰਮੁਖੋ 5 ਕਿਲੇ ਬਣਵਾਏ। ਕਿਲਾ ਆਨੰਦਗੜ੍ਹ ਜਿਹੜਾ ਸ੍ਰੀ ਕੇਸਗੜ੍ਹ ਸਾਹਿਬ ਤਖਤ ਸਾਹਿਬ ਦੇ ਨਾਲ ਹੀ ਬਣਿਆ। ਇੱਕ ਕਿਲਾ ਬਣਾਇਆ ਲੋਹਗੜ੍ਹ ਸਤਲੁਜ ਦੇ ਕਿਨਾਰੇ ਤੇ, ਤਕਰੀਬਨ 1.5 ਕਿਲੋਮੀਟਰ ਦੂਰੀ ਤੋਂ ਹੈ ਕੇਸਗੜ੍ਹ ਸਾਹਿਬ ਤੋਂ। ਉਸ ਕਿਲੇ ਦੇ ਵਿੱਚ ਹਥਿਆਰ ਤਿਆਰ ਹੁੰਦੇ ਸੀ, ਵਰਸ਼ੇ, ਨੇਜੇ, ਤਲਵਾਰਾਂ, ਤੀਰ ਆਦਿ। ਉਹਨੂੰ ਕਿਲਾ ਲੋਹਗੜ੍ਹ ਕਿਹਾ ਜਾਂਦਾ ਸੀ। ਜੰਗ ਯੁੱਧ ਹੋਣੇ ਸ਼ੁਰੂ ਹੋ ਗਏ, ਕਿਉਂਕਿ ਔਰੰਗਜ਼ੇਬ ਨੂੰ ਜਾ ਕੇ ਰਾਜੇ ਦੱਸਦੇ ਹੁੰਦੇ ਵੀ ਗੁਰੂ ਆਨੰਦਪੁਰ ਵਾਲੇ ਫੌਜਾਂ ਇਕੱਠੀਆਂ ਕਰ ਰਹੇ ਆ। ਤੇ ਔਰੰਗਜ਼ੇਬ ਕਹਿੰਦਾ ਸੀ ਪਰ ਤੁਸੀਂ ਬੈਠੇ ਕੀ ਕਰਦੇ ਹੋ, ਉਹਨੂੰ ਹੁਣੇ ਹੀ ਕਾਬੂ ਕਰੋ। ਸ਼ਿਕਾਇਤਾਂ ਮਿਲਦੀਆਂ ਸੀ,
ਆਨੰਦਪੁਰ ਸਾਹਿਬ ਵਸ ਗਿਆ ਸਤਲੁਜ ਦੇ ਕੰਢੇ। 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 ਉੱਥੇ ਗੱਤਕਾ ਖੇਡਣ ਖਾਲਸੇ ਹੱਥ ਫੜ ਕੇ ਖੜੇ। ਗੱਤਕਾ ਖੇਡਣ ਖਾਲਸੇ ਹੱਥ ਫੜ ਕੇ ਖੰਡੇ। ਗੱਤਕਾ ਖੇਡਣ ਖਾਲਸੇ ਹੱਥ ਫੜ ਕੇ ਖੰਡੇ। ਉੱਥੇ ਗੱਤਕਾ ਖੇਡਣ ਖਾਲਸੇ ਹੱਥ ਫੜ ਕੇ ਖੰਡੇ। ਗੱਤਕਾ ਖੇਡਣ ਖਾਲਸੇ ਹੱਥ ਫੜ ਕੇ ਖੰਡੇ। ਉੱਥੇ ਗੱਤਕਾ ਖੇਡਣ ਖਾਲਸੇ ਹੱਥ ਫੜ ਕੇ ਖੰਡੇ। ਉੱਥੇ ਫੌਜਾਂ ਇਕੱਠੀਆਂ ਹੋ ਰਹੀਆਂ ਕਿਉਂ ਬੈਠੇ ਠੰਡੇ। ਫੌਜਾਂ ਇਕੱਠੀਆਂ ਹੋ ਰਹੀਆਂ ਉੱਥੇ ਫੌਜਾਂ ਇਕੱਠੀਆਂ ਹੋ ਰਹੀਆਂ। ਫੌਜਾਂ ਇਕੱਠੀਆਂ ਹੋ ਰਹੀਆਂ ਕਿਉਂ ਬੈਠੇ ਠੰਡੇ। ਉੱਥੇ ਫੌਜਾਂ ਇਕੱਠੀਆਂ ਹੋ ਰਹੀਆਂ ਕਿਉਂ ਬੈਠੇ ਠੰਡੇ। ਫੌਜਾਂ ਇਕੱਠੀਆਂ ਹੋ ਰਹੀਆਂ ਕਿਉਂ ਬੈਠੇ ਠੰਡੇ। ਉੱਥੇ ਫੌਜਾਂ ਇਕੱਠੀਆਂ ਹੋ ਰਹੀਆਂ ਕਿਉਂ ਬੈਠੇ ਠੰਡੇ। ਹਾਂ ਆਨੰਦਪੁਰ ਸਾਹਿਬ ਵਸ ਗਿਆ ਸਤਲੁਜ ਦੇ ਕੰਢੇ। 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 ਇਸ ਤਰ੍ਹਾਂ ਰਾਜੇ ਮਹਾਰਾਜਿਆਂ ਦੀਆਂ ਸ਼ਿਕਾਇਤਾਂ ਜਾਂਦੀਆਂ ਇਕੱਠੇ ਹੋ ਕੇ ਵਿਉਂਤਾਂ ਬਣਾਉਂਦੇ ਸੀ। ਕਈ ਜੰਗ ਯੁੱਧ ਵੀ ਹੋਏ, ਮਹਾਰਾਜ ਜਿੱਤਦੇ ਗਏ। ਤੇ ਇੱਕ ਦਿਨ ਕੀ ਹੋਇਆ, ਰਾਜਾ ਕੇਸਰੀ ਚੰਦ ਉਹਨੇ ਵਿਉਂਤ ਬਣਾਈ ਕਿ ਆਪਾਂ ਗੁਰੂ ਜੀ ਤੇ ਚੜ੍ਹਾਈ ਕਰੀਏ। ਇਹਨਾਂ ਦਾ ਜਿਹੜਾ ਕਿਲਾ ਹੈ ਨਾ ਆਨੰਦਗੜ੍ਹ ਸਾਹਿਬ, ਉਹ ਤਾਂ ਬਹੁਤ ਮਜ਼ਬੂਤ ਹੈ, ਉਹਨੂੰ ਤਾਂ ਆਪਾਂ ਜਿੱਤ ਨਹੀਂ ਸਕਦੇ। ਤੇ ਜਿੱਥੇ ਕਿਲਾ ਲੋਹਗੜ੍ਹ ਬਣਿਆ ਹਥਿਆਰ ਤਿਆਰ ਹੁੰਦੇ ਐ, ਆਪਾਂ ਉਹ ਤੇ ਕਬਜ਼ਾ ਕਰ ਲਓ। ਜੇ ਗੁਰੂ ਕੋਲੇ ਹਥਿਆਰ ਨਹੀਂ ਹੋਊ ਤੇ ਜੰਗ ਕਾਹਦੇ ਨਾਲ ਕਰੂ ਕਹਿੰਦੇ। ਪਰ ਡਰਦੇ ਵੀ ਸੀ ਗੁਰਮੁਖੋ। ਕਈ ਵਜ਼ੀਰ ਅਹਿਲਕਾਰ ਮੰਤਰੀ ਕਹਿੰਦੇ ਗੁਰੂ ਸਾਹਿਬ ਨੂੰ ਜਿੱਤਣਾ ਸੌਖਾ ਨਹੀਂ, ਅੱਗੇ ਦੇਖਿਆ ਨਹੀਂ ਭੰਗਾਣੀ ਵਿੱਚ ਕੀ ਕੁਛ ਹੋਇਆ। ਤਾਂ ਉਸ ਵੇਲੇ ਗੁਰਮੁਖ ਪਿਆਰਿਓ ਕੇਸਰੀ ਚੰਦ ਕਹਿੰਦਾ ਸੌਖਾ ਹੀ ਹੈ, ਮੇਰੇ ਕੋਲੇ ਮਸਤ ਹਾਥੀ ਹੈ। ਕਹਿੰਦਾ ਉਹਨੂੰ ਜੰਗੀ ਟ੍ਰੇਨਿੰਗ ਦਿੱਤੀ ਹੋਈ ਹੈ, ਉਹਦੇ ਸੁੰਡ ਨਾਲ ਤਲਵਾਰ ਬੰਨਾਂਗੇ, ਉਹ ਜਾ ਕੇ ਕਿਲੇ ਦੇ ਵਿੱਚ ਟੱਕਰ ਮਾਰੂਗਾ, ਦਰਵਾਜ਼ਾ ਤੋੜ ਦੂਗਾ। ਫੌਜ ਆਪਣੇ ਕੋਲੇ ਹੈਗੀ ਆ, ਕਿਲੇ ਤੇ ਕਾਬਜ ਹੋ ਜਾਣਗੇ। ਪਰ ਮੰਤਰੀ ਵਜ਼ੀਰ ਕਹਿੰਦੇ ਗੁਰੂ ਕੋਲੇ ਸਿੰਘ ਬਹੁਤ ਹੈ, ਹਥਿਆਰ ਬਹੁਤ ਹੈ, ਹਾਥੀ ਨੂੰ ਨਾ ਮਾਰ ਦੇਣ। ਕਹਿੰਦਾ ਐ ਕਿਵੇਂ ਮਾਰ ਦੇਣਗੇ, ਹਾਥੀ ਦੇ ਮੱਥੇ ਤੇ ਵੀ ਆਪਾਂ ਲੋਹੇ ਦੀਆਂ ਤਕੜੀਆਂ ਤਵੀਆਂ ਬੰਨਾਂਗੇ, ਹਾਥੀ ਦੇ ਸਰੀਰ ਤੇ ਵੀ ਤਵੀਆਂ ਮੜ ਕੇ ਚੱਲਾਂਗੇ। ਰੋਕਿਆ ਕਈਆਂ ਨੇ ਪਰ ਨਾ ਰੋਕਿਆ, ਤਿਆਰੀ ਕਰ ਲਈ ਗੁਰਮੁਖ। ਤੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਦੱਸਤਾ ਕਿ ਸੱਚੇ ਪਾਤਸ਼ਾਹ ਸਮਾਂ ਵਿਚਾਰਨਾ ਤੁਹਾਡੀ ਮਰਜ਼ੀ ਹੈ, ਪਰ ਰਾਜਾ ਕੇਸਰੀ ਚੰਦ ਫੌਜਾਂ ਲੈ ਕੇ ਆ ਰਹੇ ਆ।
ਮਸਤ ਹਾਥੀ ਦੇ ਕੋਲੋਂ ਕਿਲੇ ਦਾ ਦਰਵਾਜ਼ਾ ਤੜਾਉਣਗੇ। ਉਹ ਕਿਲਾ ਲੋਹਗੜ੍ਹ ਤੇ ਕਬਜ਼ਾ ਕਰਨਾ ਚਾਹੁੰਦੇ ਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਪਏ, ਕਹਿੰਦੇ ਸਿੱਖੋ ਡਰੋ ਨਾ। ਉਦੋਂ ਤੱਕ ਗੁਰਮੁਖੋ ਜਦੋਂ ਦਾ ਇਹ ਜ਼ਿਕਰ ਹੈ ਨਾ, ਜਿਹੜਾ ਇਤਿਹਾਸ ਅੱਜ ਆਪਾਂ ਸਾਂਝਾ ਕਰ ਰਹੇ ਆ, ਉਦੋਂ ਤੱਕ ਗੁਰੂ ਜੀ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸਿੰਘਾਂ ਨੂੰ ਵਰਤਾ ਚੁੱਕੇ ਸੀ। ਸਿੰਘ ਸਜ ਗਏ ਸੀ ਖਾਲਸੇ। ਕੁਛ ਉਹ ਸੀ ਜਿਹੜੇ ਕਹਿੰਦੇ ਸੀ ਵੀ ਅਸੀਂ ਅੰਮ੍ਰਿਤ ਨਹੀਂ ਛਕਣਾ, ਆਪਾਂ ਕਿਹੜਾ ਕੁਛ ਖਾਣੇ ਪੀਣੇ ਆ, ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ। ਜੇ ਕਹੀਦਾ ਨਾ ਅੰਮ੍ਰਿਤ ਛਕੋ, ਕਹਿਣਗੇ ਅੰਮ੍ਰਿਤ ਵਰਗੀਆਂ ਸੀ ਵੀ, ਅੰਮ੍ਰਿਤਧਾਰੀਆਂ ਵਰਗੀਆਂ। ਦੇਖੋ ਵਰਗੇ ਨਹੀਂ, ਅੰਮ੍ਰਿਤ ਧਾਰੀ ਹੀ ਹੋਣਾ ਗੁਰਮੁਖੋ, ਕਿਉਂਕਿ ਗੁਰੂ ਜੀ ਨੇ ਖੁਦ ਵੀ ਅੰਮ੍ਰਿਤ ਛਕਿਆ ਸੀ। ਤੇ ਆਪਾਂ ਨੂੰ ਅੰਮ੍ਰਿਤ ਦੀ ਤਾਕਤ ਦਾ ਪਤਾ ਹੀ ਨਹੀਂ ਅਸਲ 'ਚ। ਆ ਹੁਣ ਸੁਣਿਓ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਚਿੰਤਾ ਨਾ ਕਰੋ। ਜੇ ਰਾਜਾ ਕੇਸਰੀ ਚੰਦ ਮਸਤ ਹਾਥੀ ਲੈ ਕੇ ਆ ਰਿਹਾ ਹੈ, ਆਪਣੇ ਕੋਲੇ ਵੀ ਹਾਥੀ ਹੈਗਾ, ਮੈਂ ਵੀ ਹਾਥੀ ਦਾ ਮੁਕਾਬਲਾ ਹਾਥੀ ਨਾਲ ਹੀ ਕਰਾਉਂ। ਭਾਈ ਦਇਆ ਸਿੰਘ ਧਰਮ ਸਿੰਘ ਕਹਿੰਦੇ ਮਹਾਰਾਜ ਆਪਣੇ ਕੋਲ ਕਿੱਥੇ ਹੈ ਹਾਥੀ? ਕਈਆਂ ਨੂੰ ਇਹ ਸੀ ਵੀ ਪ੍ਰਸ਼ਾਦੀ ਹਾਥੀ ਦਾ ਮੁਕਾਬਲਾ ਕਰਾਉਣਗੇ। ਇੱਕ ਸਿੰਘ ਕਹਿੰਦਾ ਜੀ ਪ੍ਰਸ਼ਾਦੀ ਹਾਥੀ ਆਪਣਾ, ਉਹਨੂੰ ਤਾਂ ਆਪਾਂ ਜੰਗੀ ਟ੍ਰੇਨਿੰਗ ਦਿੱਤੀ ਹੋਈ ਨਹੀਂ। ਮਹਾਰਾਜ ਕਹਿੰਦੇ ਮੈਂ ਕਿਹੜਾ ਉਹਦਾ ਜ਼ਿਕਰ ਕੀਤਾ? ਹਾਥੀ ਹੋਰ ਹੈਗਾ। ਕਹਿੰਦੇ ਜੀ ਹੋਰ ਕਿਹੜਾ? ਸਤਿਗੁਰ ਜੀ ਨੇ ਦੁਨੀ ਚੰਦ ਵੱਲ ਇਸ਼ਾਰਾ ਕਰਤਾ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਮਜੀਠਾ ਗੁਰਮੁਖ। ਮਜੀਠੇ ਪਿੰਡ ਤੋਂ ਦੁਨੀ ਚੰਦ ਇਹ ਭਾਈ ਸਾਲੋ ਜੀ ਦਾ ਪੋਤਰਾ ਹੋਇਆ ਹੈ। ਭਾਈ ਸਾਲੋ ਜੀ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਵੇਲੇ ਬਹੁਤ ਸੇਵਾ ਕੀਤੀ। ਅੰਮ੍ਰਿਤਸਰ ਜਦੋਂ ਜਾਂਦੇ ਹੋ ਦਰਸ਼ਨ ਕਰਨ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹੋ, ਇੱਕ ਉੱਥੇ ਜਗ੍ਹਾ ਬਣੀ ਹੈ ਟੋਭਾ ਭਾਈ ਸਾਲੋ ਜੀ। ਭਾਈ ਸਾਲੋ ਜੀ ਬਹੁਤ ਕਰਨੀ ਵਾਲੇ ਗੁਰਸਿੱਖ ਹੋਏ ਹੈ। ਉਹਨਾਂ ਦਾ ਪੋਤਰਾ ਸੀ ਇਹ ਦੁਨੀ ਚੰਦ, ਬਹੁਤ ਤਕੜਾ ਸੀ ਗੁਰਮੁਖੋ। ਸਰੀਰਕ ਤੌਰ ਤੇ ਪੂਰਾ ਮੋਟਾ, ਉੱਚਾ ਕੱਦ। ਤੇ ਜਦੋਂ ਕਿਤੇ ਲੰਗਰ ਚੰਗੀ ਦਾਲ ਸਬਜ਼ੀ ਬਣੀ ਹੁੰਦੀ, 2-2 ਬਾਲਟੀਆਂ ਦਾਲ ਦੀਆਂ ਇਕੱਲੇ ਹੀ ਖਿੱਚ ਜਾਂਦਾ ਗੁਰਮੁਖ। ਇੰਨੀ ਖੁਰਾਕ ਸੀ, ਕਈ ਵਾਰੀ ਮੌਜ ਚ ਆਇਆ ਅੱਧਾ ਦੇਗਾ ਦੁੱਧ ਦਾ ਹੀ ਪੀ ਜਾਂਦਾ ਗੁਰਮੁਖ। ਪ੍ਰਸ਼ਾਦੇ ਟੋਕਰੇ 2-2 ਖਾ ਜਾਂਦਾ ਇਕੱਲੇ ਹੀ ਗੁਰਮੁਖ। ਸਰੀਰਕ ਖੁਰਾਕ ਬਹੁਤ ਜ਼ਿਆਦਾ ਹੈ, ਤੇ ਜਿਹੜਾ ਜ਼ਿਆਦਾ ਅੰਨ ਖਾਵੇ ਫਿਰ ਸੁੱਤਾ ਹੀ ਰਹੂ ਗੁਰਮੁਖੋ। ਨਿਤਨੇਮ ਵੇਲੇ ਉੱਠਿਆ ਨਾ ਕਰੇ। ਭਜਨ ਨਹੀਂ ਸੀ ਕਰਦਾ, ਸਰੀਰ ਤਕੜਾ ਹੋ ਗਿਆ, ਪਰ ਭਜਨ ਤੋਂ ਬਿਨਾ ਮਨ ਕਮਜ਼ੋਰ ਆਇਆ। ਆਖੋ ਸਤਨਾਮ ਵਾਹਿਗੁਰੂ। ਜਦੋਂ ਸੱਚੇ ਪਾਤਸ਼ਾਹ ਨੇ ਲਿਆ ਨਾ, ਕਹਿੰਦੇ ਉਹ ਦੁਨੀ ਚੰਦ ਬੈਠਾ ਹੈ ਮਾਝੇ ਵਾਲਾ। ਇਹ ਵੀ ਜਦੋਂ ਲੜਾਈਆਂ ਸੁਣੀਆਂ, ਇਹਨੇ ਵੀ ਘੇਰਾ ਪਿਆ ਹੋਇਆ ਤੇ 500 ਦਾ ਜਥਾ ਲੈ ਕੇ ਆਇਆ ਸੀ, ਮੈਂ ਮਹਾਰਾਜ ਦੀ ਮਦਦ ਕਰਨ ਚੱਲਿਆ। ਜਦੋਂ ਸਤਿਗੁਰ ਨੇ ਨਾਂ ਲਿਆ ਤੇ ਨੀਵੀਂ ਜੀ ਪਾ ਗਿਆ। ਮਹਾਰਾਜ ਨੇ ਬੁਲਾਇਆ, ਦੁਨੀ ਚੰਦਾ ਇੱਧਰ ਆ ਗਿਆ ਕੋਲੇ ਗੁਰਮੁਖੋ। ਸੱਚੇ ਪਾਤਸ਼ਾਹ ਕਹਿੰਦੇ ਤੜਕੇ ਨੂੰ ਤਿਆਰੀ ਰੱਖੀ। ਸੁਣਿਆ ਵੀ ਰਾਜਾ ਕੇਸਰੀ ਚੰਦ ਮਸਤ ਹਾਥੀ ਲੈ ਕੇ ਆ ਰਿਹਾ ਤੇ ਤੈਂ ਉਹਦਾ ਮੁਕਾਬਲਾ ਕਰਨਾ ਹੈ। ਆਖੋ ਸਤਨਾਮ ਵਾਹਿਗੁਰੂ। ਇਹ ਤਾਂ ਡਰ ਗਿਆ ਗੁਰਮੁਖੋ। ਸੱਚੇ ਪਾਤਸ਼ਾਹ ਨੂੰ ਕਹਿੰਦਾ ਅੱਜ ਪਤਾ ਨਹੀਂ ਕੀ ਹੋ ਗਿਆ। ਨਾ ਹਾਂ ਕੀਤੀ, ਪਿੱਛੇ ਹੋ ਕੇ ਬਹਿ ਗਿਆ। ਭਾਈ ਦਇਆ ਸਿੰਘ ਜੀ ਕਹਿੰਦੇ ਦੁਨੀ ਚੰਦਾ ਡਰਦਾ ਕਿਉਂ ਹੈ? ਗੁਰੂ ਸਾਹਿਬ ਤੇ ਭਰੋਸਾ ਰੱਖ। ਜੇ ਮਹਾਰਾਜ ਨੇ ਤੇਰੀ ਡਿਊਟੀ ਲਾਈ ਹੈ, ਇਹ ਕਾਰਜ ਸਤਿਗੁਰੂ ਆਪ ਹੀ ਕਰਾਉਣਗੇ, ਤੂੰ ਤਾਂ ਹੁਕਮ ਹੀ ਮੰਨਣਾ। ਕਹਦੇ ਹਾਂ, ਪਰ ਹਾਂ ਕਹੀ ਨਾ ਗੁਰਮੁਖੋ। ਆਖੋ ਸਤਨਾਮ ਵਾਹਿਗੁਰੂ। ਦੁਨੀ ਚੰਦ ਸੀ ਸੁਣ ਕੇ ਡੋਲ ਗਿਆ, ਕਹਿੰਦਾ ਗੁਰੂ ਕੀ ਕਹਿਰ ਕਮਾਉਣ ਲੱਗਾ।
ਕਹਿੰਦਾ ਅੱਜ ਗੁਰੂ ਜੀ ਨੂੰ ਹੋਇਆ ਕੀ ਹੈ, ਇਹ ਤਾਂ ਕਹਿਰ ਕਮਾਰੇ ਹੈ। ਕੀ ਮੁਕਾਬਲਾ ਏ ਬੰਦੇ ਤੇ ਹਾਥੀਆਂ ਦਾ, ਮੁਫਤ ਵਿੱਚ ਇਹ ਮੈਨੂੰ ਮਰਵਾਉਣ ਲੱਗਾ। ਕਹਿੰਦਾ ਅੱਜ ਗੁਰੂ ਗੋਬਿੰਦ ਸਿੰਘ ਨੂੰ ਪਤਾ ਨਹੀਂ ਕੀ ਹੋ ਗਿਆ। ਭਲਾ ਕਿਤੇ ਹਾਥੀਆਂ ਦਾ ਮੁਕਾਬਲਾ ਬੰਦੇ ਕਰਦੇ ਹੁੰਦੇ ਆ? ਕੋਈ ਜੰਗ ਯੁੱਧ ਹੁੰਦਾ ਚਲੋ ਦੇਖ ਲੈਂਦੇ, ਇਹ ਤਾਂ ਅੱਜ ਮੈਨੂੰ ਮੁਫਤ 'ਚ ਮਰਵਾਉਣਾ ਚਾਹੁੰਦੇ ਆ। ਅੱਗੇ ਮਸੰਦ ਕਹਿੰਦਾ ਸਾਡੇ ਸੀ, ਉਦੋਂ ਮੈਂ ਬਚ ਗਿਆ ਕੁਦਰਤੋਂ ਹੀ। ਕਹਿੰਦਾ ਜਦੋਂ ਆਨੰਦਪੁਰ ਸਾਹਿਬ ਜਾਓ ਨਾ ਕਿਤੇ ਦਰਸ਼ਨ ਕਰਨ, ਉੱਥੇ ਇੱਕ ਗੁਰਦੁਆਰਾ ਹੈ, ਗੁਰਦੁਆਰਾ ਭੋਰਾ ਸਾਹਿਬ, ਜਿੱਥੇ ਗੁਰੂ ਤੇਗ ਬਹਾਦਰ ਨੇ ਪਹਿਲਾਂ ਮੋੜੀ ਗੱਡੀ ਸੀ। ਕਸ਼ਮੀਰੀ ਪੰਡਤਾਂ ਨੇ ਪੁਕਾਰ ਵੀ ਉੱਥੇ ਹੀ ਕੀਤੀ ਸੀ, ਕਈ ਤਾਂ ਬਾਹਰੋਂ ਹੀ ਮੁੜੇ ਆਉਂਦੇ ਹੋਰ ਦੇਖ ਕੇ। ਉੱਥੇ ਹੀ 3 ਸਾਹਿਬਜ਼ਾਦਿਆਂ ਦਾ ਜਨਮ ਹੋਇਆ ਸੀ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ। ਤੇ ਉੱਥੇ ਹੀ ਗੁਰੂ ਸਾਹਿਬ ਨੇ ਜਿਹੜੇ ਮਸੰਦ ਗੁਰੂ ਘਰ ਦਾ ਖਾ ਕੇ ਗਲਤੀਆਂ ਕਰਦੇ ਸੀ, ਖੂਹ ਦੇ ਵਿੱਚ ਸਿੱਟ ਕੇ ਨਾ ਤੇਲ ਪਾ ਕੇ ਸਾੜੇ ਸੀ। ਆਖੋ ਸਤਨਾਮ। ਆ ਦੁਨੀ ਚੰਦ ਨੂੰ ਯਾਦ ਆ ਗਿਆ, ਕਹਿੰਦਾ ਅੱਗੇ ਮਸੰਦ ਸਾੜੇ ਸੀ, ਉਦੋਂ ਤਾਂ ਮੈਂ ਗਿਆ ਬਚ, ਤੇ ਹੁਣ ਇਹ ਬਹਾਨੇ ਨਾਲ ਮੈਨੂੰ ਮਰਵਾਉਣਾ ਚਾਹੁੰਦੇ ਆ। ਕੀ ਮੁਕਾਬਲਾ ਏ ਬੰਦੇ ਤੇ ਹਾਥੀਆਂ ਦਾ, ਮੁਫਤ ਵਿੱਚ ਇਹ ਮੈਨੂੰ ਮਰਵਾਉਣ ਲੱਗਾ। ਅੱਜ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ, ਰਾਈ ਪਰਬਤਾਂ ਨਾਲ ਟਕਰਾਉਣ ਲੱਗਾ। ਕਹਿੰਦਾ ਪਰਬਤਾਂ ਦੇ ਨਾਲ ਕਿਤੇ ਰਾਈ ਦੇ ਦਾਣੇ ਵੀ ਟਕਰਾਏ ਐ, ਇਹ ਤਾਂ ਮੈਨੂੰ ਮਰਵਾਉਣਗੇ। ਦਇਆ ਸਿੰਘ ਜੀ, ਮੈਂ ਹਾਥੀ ਦਾ ਮੁਕਾਬਲਾ ਨਹੀਂ ਕਰ ਸਕਦਾ। ਭਾਈ ਦਇਆ ਸਿੰਘ ਨੇ ਬਹੁਤ ਸਮਝਾਇਆ, ਡਰਨਾ, ਗੁਰੂ ਸਾਹਿਬ ਤੇ ਭਰੋਸਾ ਰੱਖ, ਪਰ ਮਨ ਨਾ ਖੜੇ ਗੁਰਮੁਖੋ। ਮਹਾਰਾਜ ਕਹਿੰਦੇ ਤੜਕੇ ਨੂੰ ਤਿਆਰੀ ਰੱਖਿਓ। ਸੰਗਤ ਸਾਰੀ ਚਲੀ ਗਈ, ਗੁਰੂ ਸਾਹਿਬ ਆਪਣੇ ਟਿਕਾਣੇ ਤੇ ਚਲੇ ਗਏ। ਇਹਨੂੰ ਤਾਂ ਗੁਰਮੁਖੋ ਰਾਤ ਨੂੰ ਟੇਕ ਹੀ ਨਾ ਆਵੇ, ਕਦੇ ਕਿਸੇ ਕੋਲੇ ਜਾਵੇ, ਕਦੇ ਕਿਸੇ ਕੋਲੇ ਜਾਵੇ। ਤੇ ਜਥੇਦਾਰ ਜੀ ਨੂੰ ਠਾ ਲਿਆ ਗੁਰਮੁਖ। ਭਾਈ ਮਾਨ ਸਿੰਘ ਜਥੇਦਾਰ ਹੁੰਦੇ ਸੀ। ਜਾ ਕੇ ਕਹਿੰਦਾ ਮਾਨ ਸਿੰਘ ਜੀ, ਗੁਰੂ ਸਾਹਿਬ ਕਹਿੰਦੇ ਆ ਵੀ ਮੈਂ ਹਾਥੀ ਨਾਲ ਮੁਕਾਬਲਾ ਕਰਾਂ, ਪਰ ਮੇਰੇ 'ਚ ਹਿੰਮਤ ਹੈ ਨਹੀਂ, ਮੈਂ ਹਾਥੀ ਦੀ ਤੰਘੇੜ ਝੱਲ ਨਹੀਂ ਸਕਦਾ। ਉੱਥੇ ਫਿਰ ਕਿਹਾ ਸੀ, ਕਿਹੜਾ ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਕਿਹੜਾ ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਕਿਹੜਾ ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਕਿਹੜਾ ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਕਿਹੜਾ ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਮੇਰਾ ਹਾਥੀ ਮੂਰੇ, ਮੇਰਾ ਹਾਥੀ ਮੂਰੇ ਚੱਲਣਾ ਨਿਚਾਰਾ, ਅਸੀਂ ਨੀ ਤੰਘੇੜ ਚੱਲਣੀ। ਮੇਰਾ ਹਾਥੀ ਮੂਰੇ ਚੱਲਣਾ ਨਿਚਾਰਾ, ਅਸਾਂ ਨੀ ਤੰਘੇੜ ਚੱਲਣੀ। ਹਾਥੀ ਮੂਰੇ ਚੱਲਣਾ ਨਿਚਾਰਾ, ਅਸੀਂ ਨੀ ਤੰਘੇੜ ਚੱਲਣੀ। ਮੇਰਾ ਹਾਥੀ ਮੂਰੇ ਚੱਲਣਾ ਨਿਚਾਰਾ, ਅਸੀਂ ਨੀ ਤੰਘੇੜ ਚੱਲਣੀ। ਹਾਥੀ ਮੂਰੇ ਚੱਲਣਾ ਨਿਚਾਰਾ, ਅਸੀਂ ਨੀ ਤੰਘੇੜ ਚੱਲਣੀ। ਮੇਰਾ ਹਾਥੀ ਮੂਰੇ ਚੱਲਣਾ ਨਿਚਾਰਾ, ਅਸੀਂ ਨੀ ਤੰਘੇੜ ਚੱਲਣੀ। ਕਿਹੜਾ ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਕਿਹੜਾ ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਕਿਹੜਾ ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ। ਕਿਹੜਾ ਹਾਥੀ ਨਾਲ ਲੜੂਗਾ ਜਥੇਦਾਰਾ, ਅਸੀਂ ਨੀ ਤੰਘੇੜ ਚੱਲਣੀ।
ਡਰ ਗਿਆ ਗੁਰਮੁਖੋ, ਕਹਿੰਦਾ ਮੈਂ ਹਾਥੀ ਦਾ ਮੁਕਾਬਲਾ ਨਹੀਂ ਕਰ ਸਕਦਾ। ਸਿੰਘਾਂ ਨੇ ਬਹੁਤ ਸਮਝਾਇਆ ਪਰ ਮੰਨਿਆ ਨਾ। ਜਿਹੜੇ ਨਾਲ ਆਏ ਸੀ ਉਹਨਾਂ ਨੂੰ ਕਹਿੰਦਾ ਐ ਕਰੋ, ਜੇ ਦਿਨ ਚੜ ਗਿਆ ਫਿਰ ਤਾਂ ਲੱਗਦਾ ਇਹਨਾਂ ਨੇ ਜਾਣ ਨਹੀਂ ਦੇਣਾ, ਨਹੀਂ ਪਤਾ ਧੱਕੇ ਨਾਲ ਹੀ ਹਾਥੀ ਮੂਹਰੇ ਕਰ ਦੇਣ, ਮੈਨੂੰ ਰਾਤ ਨੂੰ ਕੰਧ ਟਪਾ ਦਿਓ। ਕਹਿੰਦਾ ਨਾਲ ਦਿਆਂ ਨੇ ਕੁਛ ਪੱਗਾਂ ਜੋੜ ਲਈਆਂ, ਕੁਛ ਰੱਸੇ ਬੰਨ ਲਏ, ਕੱਲਾ ਕੱਲਾ ਜਾਣਾ ਨਾ, ਪੱਗ ਫੜ ਕੇ ਰੱਸੇ ਫੜ ਕੇ ਕੰਧ ਟੱਪੀ ਜਾਂਦੇ ਆ। 5-4 ਪਹਿਲਾਂ ਟੱਪ ਗਏ। ਇਹ ਕਹਿੰਦਾ ਮੈਨੂੰ ਇੱਥੇ ਹੀ ਨਾ ਛੱਡ ਜਿਓ, ਕਿਤੇ ਮੈਨੂੰ ਵੀ ਲੈ ਜਾਓ ਨਾਲ। ਜਦੋਂ ਇਹਨੂੰ ਕੰਧ ਟਪਾਉਣ ਲੱਗੇ, ਇਹਦਾ ਵਜਨ ਹੀ ਇੰਨਾ ਸੀ, ਰੱਸਾ ਟੁੱਟ ਗਿਆ, ਪੱਗ ਟੁੱਟ ਗਈ, ਵਿਚਾਲੋਂ ਡਿੱਗ ਪਿਆ ਗੁਰਮੁਖ। ਜਦੋਂ ਧੜਮ ਕਰਕੇ ਡਿੱਗਿਆ ਤੇ ਡਿੱਗਦੇ ਦੀ ਲੱਤ ਟੁੱਟ ਗਈ। ਨਾਲ ਦੇ ਹੌਲੀ ਹੌਲੀ ਚੱਕ ਕੇ ਲੈ ਗਏ ਮਜੀਠੇ ਪਿੰਡ। ਫਿਰ ਭੁੱਲ ਨਾ ਜਾਈਏ, ਹੁਣੀ ਦੱਸ ਦਿਆਂ, ਜਾ ਕੇ ਨਾ ਮੰਜੇ ਤੇ ਪੈ ਗਿਆ। ਇਲਾਜ ਤਾਂ ਘਰਦਿਆਂ ਨੇ ਬਹੁਤ ਕਰਾਇਆ ਪਰ ਠੀਕ ਨਾ ਹੋਇਆ। ਆਖਰਕਾਰ ਘਰੇ ਪਏ ਦੇ ਵੀ ਸੱਪ ਲੜ ਗਿਆ ਗੁਰਮੁਖ। ਸੱਪ ਲੜ ਕੇ ਮਰਿਆ। ਦੇਖੋ ਮੌਤ ਤਾਂ ਉੱਥੇ ਵੀ ਹੋਈ ਪਰ ਬੇਮੌਤਾ ਹੀ ਮਰਿਆ। ਜੇ ਕਿਤੇ ਮਹਾਰਾਜ ਦਾ ਬਚਨ ਮੰਨ ਲੈਂਦਾ ਤੇ ਸਤਿਕਾਰ ਹੋਣਾ ਸੀ, ਤੇ ਲੋਕ ਲਾਹਨਤਾਂ ਪਾਉਂਦੇ ਸੀ, ਕਹਿੰਦੇ ਓਏ ਦਾਦੇ ਤੁਹਾਡੇ ਪਿਓ, ਤੁਸੀਂ ਹੁਣ ਤੱਕ ਗੁਰੂ ਘਰ ਦੇ ਨਾਂ ਤੇ ਦੁਨੀਆ ਨੂੰ ਲੁੱਟ-ਲੁੱਟ ਕੇ ਖਾਂਦੇ ਰਹੇ ਤੇ ਹੁਣ ਬਿਪਤਾ ਵੇਲੇ ਛੱਡ ਕੇ ਭੱਜਿਆ ਏ। ਕੱਲੇ ਦੁਨੀ ਚੰਦ ਕਰਕੇ ਪਰਿਵਾਰ ਨੂੰ ਲਾਹਨਤਾਂ ਪੈਂਦੀਆਂ ਸੀ। ਲੋਕ ਕਹਿਣ ਲੱਗੇ ਸੀ ਇਹ ਬੇਮੁੱਖਾਂ ਦਾ ਟੱਬਰ ਹੈ। ਚਲੋ ਸੱਪ ਲੜ ਕੇ ਇੱਧਰ ਮਰਿਆ ਤੇ ਦੂਜੇ ਪਾਸੇ ਅਨੰਦਪੁਰ ਸਾਹਿਬ ਆਓ, ਫਿਰ ਸੁਰਤੀਆਂ ਲਿਆਓ। ਉੱਥੇ ਹੀ ਦਿਨ ਚੜ ਗਿਆ। ਅੰਮ੍ਰਿਤ ਵੇਲੇ ਸਿੰਘਾਂ ਨੇ ਨਿਤਨੇਮ ਕੀਤਾ। ਆਸਾ ਦੀ ਵਾਰ ਦਾ ਕੀਰਤਨ ਹੋਇਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤ ਜਿਹੜੀ ਆਈ ਸੀ ਆਪੋ ਆਪਣੇ ਘਰਾਂ ਨੂੰ ਚਲੀ ਗਈ ਤੇ ਉਧਰੋਂ ਮਹਾਰਾਜ ਕਹਿੰਦੇ ਬਈ ਆ ਰਹੀ ਹੈ ਫੌਜ ਕੇਸਰੀ ਚੰਦ ਦੀ। ਸੂਈਏ ਨੇ ਦੱਸਤਾ ਹਾਂ ਮਹਾਰਾਜ ਆ ਰਹੀ ਹੈ। ਤੇ ਨਾਲ ਹੀ ਸਿੱਖ ਨੇ ਦੱਸਿਆ ਵੀ ਮਹਾਰਾਜ ਤੁਸੀਂ ਕੱਲ ਕਹਿੰਦੇ ਸੀ ਨਾ ਵੀ ਹਾਥੀ ਦਾ ਮੁਕਾਬਲਾ ਹਾਥੀ ਨਾਲ ਕਰਾਵਾਂਗੇ। ਤੁਸੀਂ ਦੁਨੀ ਚੰਦ ਨੂੰ ਕਿਹਾ ਸੀ ਵੀ ਤਿਆਰ ਰਹੀ, ਪਰ ਉਹ ਤਾਂ ਰਾਤ ਹੀ ਭੱਜ ਗਿਆ ਬਿਨਾਂ ਦੱਸੇ ਹੀ। ਮਹਾਰਾਜ ਕਹਿੰਦੇ ਮੌਤ ਤੋਂ ਡਰਦਾ ਭੱਜਿਆ ਨਾ, ਜਿਉਂਦਾ ਨਹੀਂ ਰਹੂਗਾ। ਉਹ ਕਹਿੰਦੇ ਆ ਨਾ ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ। ਮੌਤ ਅੱਗੇ ਉਡੀਕਦੀ ਸੀ, ਆਈ ਫੇਰ ਵੀ ਸੱਪ ਲੜ ਕੇ। ਪਾਤਸ਼ਾਹ ਨੂੰ ਸਿੱਖ ਕਹਿੰਦੇ ਜੀ ਹੁਣ ਕੀ ਕਰਾਂਗੇ? ਮਹਾਰਾਜ ਕਹਿੰਦੇ ਪਹਿਲਾਂ ਤਾਂ ਮੈਂ ਹਾਥੀ ਦਾ ਮੁਕਾਬਲਾ ਹਾਥੀ ਨਾਲ ਕਰਵਾਉਣਾ ਸੀ, ਪਰ ਹੁਣ ਮੈਂ ਹਾਥੀ ਦਾ ਮੁਕਾਬਲਾ ਸ਼ੇਰ ਨਾਲ ਕਰਵਾਉਣਾ ਹੈ। ਆਖੋ ਸਤਨਾਮ। ਵਾਹਿਗੁਰੂ। ਕਹਿੰਦੇ ਜੀ ਸ਼ੇਰ ਕਿੱਥੇ ਆਪਣੇ ਕੋਲੇ? ਮਹਾਰਾਜ ਕਹਿੰਦੇ ਉਹ ਵੇਖੋ ਸਾਡਾ ਬਚਿੱਤਰ ਸਿੰਘ ਸ਼ੇਰ। ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਜੀ ਦਾ ਸੁਪੁੱਤਰ ਹੋਇਆ ਗੁਰਮੁਖ। ਸਾਰਾ ਪਰਿਵਾਰ ਗੁਰੂ ਹਰਿਰਾਏ ਸਾਹਿਬ ਵੇਲੇ ਤੋਂ ਗੁਰੂ ਘਰ ਤੇ ਸ਼ਰਧਾ ਰੱਖਦਾ ਸੀ। ਸਿੱਖੀ ਸੇਵਕੀ ਇਹਨਾਂ ਦੀ ਬਹੁਤ ਸੀ। 15 ਵਿਸਾਖ 1720 ਸੰਮਤ ਜੇ ਅੰਗਰੇਜ਼ੀ ਤਰੀਕਾਂ ਦੇਖੀਏ ਤੇ 6 ਮਈ 1664 ਨੂੰ ਅਲੀਪੁਰ ਸਮਾਲੀ ਜ਼ਿਲ੍ਹਾ ਮੁਲਤਾਨ ਦੇ ਵਿੱਚ ਪਾਕਿਸਤਾਨ ਇਹਦਾ ਜਨਮ ਹੋਇਆ ਸੀ। 10 ਭਰਾ ਸੀ ਭਾਈ ਬਚਿੱਤਰ ਸਿੰਘ ਵਰਗੇ। ਜਦੋਂ ਲਿਆ ਬਚਿੱਤਰ ਸਿੰਘ ਦਾ ਨਾਂ, ਇਹ ਤਾਂ ਛਾਲ ਮਾਰ ਕੇ ਖੜਾ ਹੋ ਗਿਆ। ਸੰਗਤ ਬਹੁਤ ਸੀ ਕਿਲੇ 'ਚ। ਮਧਰਾ ਜਿਹਾ ਕੱਦ, ਸੁੱਕਿਆ ਜਿਹਾ ਸਰੀਰ, ਕਿਉਂਕਿ ਜਿਹੜੀ ਦੁਨਿਆਵੀ ਖੁਰਾਕ ਸੀ ਇਹ ਤਾਂ ਘੱਟ ਹੀ ਛਕਦੇ ਸੀ, ਪਰ ਭਜਨ ਬਹੁਤ ਕਰਦੇ ਸੀ। ਆਖੋ ਸਤਨਾਮ। ਵਾਹਿਗੁਰੂ। ਭਾਈ ਮਨੀ ਸਿੰਘ ਜੀ ਦੀ ਤਾਂ ਦੇਖੋ ਕਿੱਡੀ ਵੱਡੀ ਕੁਰਬਾਨੀ ਹੈ। ਗੁਰੂ ਘਰ ਦੀ ਖਾਤਰ ਬੰਦ ਕਟਵਾਇਆ ਸੀ, ਉਹਨਾਂ ਦਾ ਹੀ ਪੁੱਤਰ ਸੀ। ਭੋਜਨ ਘੱਟ ਛਕਣਾ, ਭਜਨ ਵੱਧ ਕਰਨਾ, ਨਿਤਨੇਮ ਬਹੁਤ।
ਤੇ ਜਦੋਂ ਛਾਲ ਮਾਰ ਕੇ ਭਾਈ ਬਚਿੱਤਰ ਸਿੰਘ ਜੀ ਹੋਏ ਖੜੇ, ਕਈ ਮਾੜੇ ਦਿਲ ਵਾਲੇ ਚੋਲਾ ਫੜ ਫੜ ਕੇ ਕਹਿੰਦੇ ਬੈਠਿਆ ਨਹੀਂ ਜਾਂਦਾ ਟਿੱਕੇ, ਆਪਣੇ ਵੱਲੀ ਦੇਖ, ਕਿੱਥੇ ਹਾਥੀ ਤੇ ਕਿੱਥੇ ਤੂੰ। ਕਹਿੰਦੇ ਮਧਰਾ ਕੱਦ ਹੈ, ਸੁੱਕਿਆ ਸਰੀਰ ਹੈ, ਹਾਥੀ ਦੇ ਪੈਰ ਥੱਲੇ ਆ ਗਿਆ, ਤੇਰਾ ਬਣੂ ਕੀ। ਕਹਿੰਦੇ ਪਰ ਭਾਈ ਬਚਿੱਤਰ ਸਿੰਘ ਨੇ ਕੋਈ ਪਰਵਾਹ ਨਹੀਂ ਕੀਤੀ ਗੁਰੂ ਨੂੰ। ਕਹਿੰਦਾ ਸਾਡੇ ਵਾਸਤੇ ਤਾਂ ਗੁਰੂ ਦਾ ਹੁਕਮ ਮੰਨਣਾ ਜ਼ਰੂਰੀ ਹੈ। ਆਖੋ ਸਤਨਾਮ। ਵਾਹਿਗੁਰੂ। ਕੀ ਹੋਣਾ ਅੱਗੇ ਇਸ ਗੱਲ ਦੀ ਪਰਵਾਹ ਨਹੀਂ, ਪਰ ਅੱਜ ਮੈਨੂੰ ਮਹਾਰਾਜ ਨੇ ਯਾਦ ਕੀਤਾ, ਇੰਨਾ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ। ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਇਹ ਕੰਮ ਨਾ ਗੁਰਾਂ ਦੇ ਆਵੇ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ। ਕੰਮ ਨਾ ਗੁਰਾਂ ਦੇ ਆਵੇ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਇਹ ਕੰਮ ਨਾ ਗੁਰਾਂ ਦੇ ਆਵੇ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਜਿਹੜਾ ਕੰਮ ਨਾ ਗੁਰਾਂ ਦੇ ਆਵੇ ਜੀ, ਜਿਹੜਾ ਕੰਮ ਨਾ ਗੁਰਾਂ ਦੇ ਆਵੇ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਕੰਮ ਨਾ ਗੁਰਾਂ ਦੇ ਆਵੇ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਜਿਹੜਾ ਕੰਮ ਨਾ ਗੁਰਾਂ ਦੇ ਆਵੇ ਜੀ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਕਹਿੰਦਾ ਮੈਂ ਤਾਂ ਚਾਹੁੰਦਾ ਜ਼ਿੰਦਗੀ ਧਰਮ ਦੇ ਲੇਖੇ ਲੱਗੇ ਰੱਖ ਕੇ, ਸਰੀਰ ਤੋਂ ਕਰਾਉਣਾ ਵੀ ਕੀ ਹੈ। ਬਥੇਰਾ ਕਈਆਂ ਨੇ ਝੁੱਗਾ ਫੜ ਫੜ ਖਿੱਚਿਆ, ਪਰ ਰੁਕਿਆ ਨਾ ਸੂਰਮਾ ਗੁਰਮੁਖੋ। ਮਹਾਰਾਜ ਦੇ ਚਰਨਾਂ ਚ ਆ ਕੇ ਟੇਕਿਆ ਮੱਥਾ, ਮਹਾਰਾਜ ਦੱਸੋ ਹੁਕਮ ਕੀ ਹੈ। ਪਾਤਸ਼ਾਹ ਨੇ ਥਾਪੜਾ ਦਿੱਤਾ, ਕਹਿੰਦੇ ਕਰ ਲੈ ਤਿਆਰੀ, ਮਸਤ ਹਾਥੀ ਨਾਲ ਮੁਕਾਬਲਾ ਕਰਨਾ ਹੈ। ਕਹਿੰਦਾ ਪਾਤਸ਼ਾਹ ਹਾਥੀ ਤਾਂ ਇੱਕ ਕੀ ਚਾਹੇ 100 ਆ ਜੇ, ਪਰ ਤੁਹਾਡਾ ਥਾਪੜਾ ਚਾਹੀਦਾ। ਆਖੋ ਸਤਨਾਮ। ਸੋ ਨਿਹਾਲ। ਮਹਾਰਾਜ ਸੱਚੇ ਪਾਤਸ਼ਾਹ ਨੇ ਥਾਪੜਾ ਦਿੱਤਾ, ਤੇ ਗੁਰੂ ਜੀ ਨੇ ਗੁਰਮੁਖ ਪਿਆਰਿਓ 9 ਫੁੱਟ ਲੰਮੀ ਨਾਗਣੀ ਫੜਾਈ ਸੀ। ਅੱਜ ਵੀ ਕਿਤੇ ਜਾਓ ਅਨੰਦਪੁਰ ਸਾਹਿਬ ਦਰਸ਼ਨ ਕਰਨ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਉਹਦੇ ਦਰਸ਼ਨ ਕਰਵਾਏ ਜਾਂਦੇ ਐ। 9 ਫੁੱਟ ਲੰਮੀ ਨਾਗਣੀ ਮਹਾਰਾਜ ਨੇ ਫੜਾਤੀ, ਤੇ ਨਾਲ ਭਾਈ ਉਦੇ ਸਿਉ ਤਿਆਰ ਹੋ ਗਿਆ। ਗੁਰੂ ਜਾ ਪਹੁੰਚੇ ਲੋਹਗੜ੍ਹ ਕਿਲੇ ਦੇ ਵਿੱਚ, ਗੁਰੂ ਜੀ ਦਾ ਥਾਪੜਾ ਮਿਲਿਆ। ਉਧਰੋਂ ਰਾਜਾ ਕੇਸਰੀ ਚੰਦ 8-10 ਹਜ਼ਾਰ ਫੌਜ, ਕੁਛ ਘੋੜਿਆਂ ਤੇ ਕੁਛ ਪੈਦਲ, ਤੇ ਮੂਹਰੇ ਮਸਤ ਹਾਥੀ, ਹਾਥੀ ਦੇ ਸੁੰਡ ਨਾਲ ਤਲਵਾਰ ਬੰਨੀ ਹੋਈ, ਕਿਉਂ ਉਹਨੂੰ ਜੰਗੀ ਟ੍ਰੇਨਿੰਗ ਦਿੱਤੀ ਹੋਈ ਸੀ ਪਹਿਲਾਂ ਹੀ। ਤੇ ਹਾਥੀ ਦੇ ਮੱਥੇ ਵਿੱਚ ਕਹਿੰਦੇ ਮੋਟੇ ਲੋਹੇ ਦੀਆਂ 7 ਤਵੀਆਂ ਬੰਨੀਆਂ ਸੀ ਜੋੜ ਕੇ, ਪਿੰਡੇ ਤੇ ਵੀ ਤਵੀਆਂ ਬੰਨੀਆਂ ਹੋਈਆਂ ਵੀ ਕਿਤੇ ਪਾਸੇ ਤੋਂ ਨਾ ਕੋਈ ਵਾਰ ਕਰੇ। ਉਹ ਹਾਥੀ ਨੂੰ ਸ਼ਰਾਬ ਪਿਲਾ ਕੇ ਬਿਲਕੁਲ ਅੰਨਾ ਕਰਤਾ। ਗੁਰੂ ਹਾਥੀ ਨੂੰ ਲੋਹਗੜ੍ਹ ਦੇ ਦਰਵਾਜ਼ੇ ਵੱਲ ਨੂੰ ਤੋਰਤਾ, ਤੇ ਇਧਰੋਂ ਗੁਰੂ ਕੇ ਸਿੰਘਾਂ ਨੂੰ ਵੀ ਲੱਗ ਗਿਆ ਪਤਾ। ਜਦੋਂ ਆਇਆ ਨਾ ਹਾਥੀ ਨੇੜੇ, ਇੱਕਦਮ ਲਾਈ ਨਗਾਰੇ ਤੇ ਚੋਟ, ਛੱਡੇ ਸਿੰਘਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ। ਤੇ ਜਦੋਂ ਕਿਲੇ ਦਾ ਖੋਲਿਆ ਦਰਵਾਜ਼ਾ ਲੋਹਗੜ੍ਹ ਕਿਲੇ ਦਾ, ਉਧਰੋਂ ਤਾਂ ਮਸਤ ਹਾਥੀ ਟੱਕਰ ਮਾਰਨ ਨੂੰ ਆਇਆ, ਤਾਂ ਇਧਰੋਂ ਭਾਈ ਬਚਿੱਤਰ ਸਿੰਘ ਜੀ ਨੇ ਘੋੜੇ ਦੀਆਂ ਖਿੱਚੀਆਂ ਬਾਗਾਂ ਜਦੋਂ ਢਿੱਲੀਆਂ ਕਰਕੇ ਛੱਡੀਆਂ, ਤੇ ਘੋੜਾ ਸੀਖ ਪਰਨੇ ਖੜਾ ਹੋ ਗਿਆ। ਗੁਰੂ
ਤੇ ਗੁਰੂ ਕੇ ਸੂਰਮੇ ਨੇ ਰਕਾਬ ਵਿੱਚ ਪਾਏ ਹੋਏ ਸੀ ਪੈਰ, ਘੋੜੇ ਦੇ ਉੱਤੇ ਹੋ ਕੇ ਨਾ ਖੜਾ, ਐ ਪੂਰੇ ਜ਼ੋਰ ਨਾਲ ਨਾਗਣੀ ਮਸਤ ਹਾਥੀ ਦੇ ਮੱਥੇ 'ਚ ਮਾਰੀ ਗੁਰੂ। ਤੇ ਜਦੋਂ ਗੇੜਾ ਦੇ ਕੇ, ਜਿਵੇਂ ਬੀਬੀਆਂ ਦੁੱਧ ਰਿਟਣੀਆਂ ਦਿੰਦੀਆਂ ਮਧਾਣੀ ਨੂੰ ਗੇੜਾ, ਐਂ ਗੇੜਾ ਦੇ ਕੇ ਘੁਮਾ ਕੇ ਖਿੱਚੀ, ਕਹਿੰਦੇ ਹਾਥੀ ਦੀਆਂ ਤਾਂ ਸਿਰ ਦੀਆਂ ਨਾੜਾਂ ਵੀ ਨਾਲ ਹੀ ਖਿੱਚ ਲਿਆਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਵੇਲੇ ਕਹਿੰਦੇ ਨੇ ਮਾਰੀ ਨਾਗਣੀ ਬਚਿੱਤਰ ਸਿੰਘ ਸ਼ੇਰ ਨੇ, ਦੋਵੇਂ ਬਾਜੂਆਂ ਦਾ ਜ਼ੋਰ ਲਗਾ ਕੇ। ਮਾਰੀ ਨਾਗਣੀ ਬਚਿੱਤਰ ਸਿੰਘ ਸ਼ੇਰ ਨੇ, ਦੋਵੇਂ ਬਾਜੂਆਂ ਦਾ ਜ਼ੋਰ ਲਗਾ ਕੇ। ਮਾਰੀ ਨਾਗਣੀ ਬਚਿੱਤਰ ਸਿੰਘ ਸ਼ੇਰ ਨੇ, ਦੋਵੇਂ ਬਾਜੂਆਂ ਦਾ ਜ਼ੋਰ ਲਗਾ ਕੇ। ਮਾਰੀ ਨਾਗਣੀ ਬਚਿੱਤਰ ਸਿੰਘ ਸ਼ੇਰ ਨੇ, ਦੋਵੇਂ ਬਾਜੂਆਂ ਦਾ ਜ਼ੋਰ ਲਗਾ ਕੇ। ਲੰਘ ਗਈ ਤਵੀਆਂ ਨੂੰ ਚੀਰ ਕੇ, ਸਿੱਧੀ ਖੁੱਭ ਗਈ ਮੱਥੇ ਦੇ ਵਿੱਚ ਜਾ ਕੇ। ਲੰਘ ਗਈ ਤਵੀਆਂ ਨੂੰ ਚੀਰ ਕੇ, ਸਿੱਧੀ ਖੁੱਭ ਗਈ ਮੱਥੇ ਦੇ ਵਿੱਚ ਜਾ ਕੇ। ਲੰਘ ਗਈ ਤਵੀਆਂ ਨੂੰ ਚੀਰ ਕੇ, ਸਿੱਧੀ ਖੁੱਭ ਗਈ ਮੱਥੇ ਦੇ ਵਿੱਚ ਜਾ ਕੇ। ਲੰਘ ਗਈ ਤਵੀਆਂ ਨੂੰ ਚੀਰ ਕੇ, ਸਿੱਧੀ ਖੁੱਭ ਗਈ ਮੱਥੇ ਦੇ ਵਿੱਚ ਜਾ ਕੇ। ਧਾਰ ਨਿਕਲੀ ਮੱਥੇ ਚੋਂ ਖੂਨ ਦੀ, ਧਾਰ ਨਿਕਲੀ ਮੱਥੇ ਦੇ ਵਿੱਚੋਂ ਖੂਨ ਦੀ। ਖਿੱਚੀ ਨਾਗਣੀ ਜਾਂ ਗੇੜੇ ਨਾ ਘੁਮਾ ਕੇ। ਧਾਰ ਨਿਕਲੀ ਮੱਥੇ ਦੇ ਵਿੱਚੋਂ ਖੂਨ ਦੀ, ਖਿੱਚੀ ਨਾਗਣੀ ਜਾਂ ਗੇੜੇ ਨਾ ਘੁਮਾ ਕੇ। ਧਾਰ ਨਿਕਲੀ ਮੱਥੇ ਦੇ ਵਿੱਚੋਂ ਖੂਨ ਦੀ, ਖਿੱਚੀ ਨਾਗਣੀ ਜਾਂ ਗੇੜੇ ਨਾ ਘੁਮਾ ਕੇ। ਧਾਰ ਨਿਕਲੀ ਮੱਥੇ ਦੇ ਵਿੱਚੋਂ ਖੂਨ ਦੀ, ਖਿੱਚੀ ਨਾਗਣੀ ਜਾਂ ਗੇੜੇ ਨਾ ਘੁਮਾ ਕੇ। ਹਾਥੀ ਜ਼ੋਰ ਨਾਲ ਚੀਕਾਂ ਮਾਰਦਾ, ਹਾਥੀ ਜ਼ੋਰ ਨਾਲ ਚੀਕਾਂ ਮਾਰਦਾ। ਪਿੱਛੇ ਭੱਜ ਗਿਆ ਜਾਨ ਬਚਾ ਕੇ। ਹਾਥੀ ਜ਼ੋਰ ਨਾਲ ਚੀਕਾਂ ਮਾਰਦਾ, ਜਾਨ ਬਚਾ ਕੇ। ਹਾਥੀ ਜ਼ੋਰ ਨਾਲ ਚੀਕਾਂ ਮਾਰਦਾ, ਪਿੱਛੇ ਭੱਜ ਗਿਆ ਜਾਨ ਬਚਾ ਕੇ। ਹੱਲਾ ਬੋਲਿਆ ਸਿੰਘਾਂ ਦੀ ਫੌਜ ਨੇ, ਹੱਲਾ ਬੋਲਿਆ ਸਿੰਘਾਂ ਦੀ ਫੌਜ ਨੇ। ਹਾਂਜੀ ਸਤਿ ਸ੍ਰੀ ਅਕਾਲ ਬੁਲਾ ਕੇ। ਹੱਲਾ ਬੋਲਿਆ ਸਿੰਘਾਂ ਦੀ ਫੌਜ ਨੇ। ਹਾਂਜੀ ਸਤਿ ਸ੍ਰੀ ਅਕਾਲ ਬੁਲਾ ਕੇ। ਹੱਲਾ ਬੋਲਿਆ ਸਿੰਘਾਂ ਦੀ ਫੌਜ ਨੇ। ਹਾਂਜੀ ਸਤਿ ਸ੍ਰੀ ਅਕਾਲ ਬੁਲਾ ਕੇ। ਹੱਲਾ ਬੋਲਿਆ ਸਿੰਘਾਂ ਦੀ ਫੌਜ ਨੇ। ਹਾਂਜੀ ਸਤਿ ਸ੍ਰੀ ਅਕਾਲ ਬੁਲਾ ਕੇ। ਉਸ ਵੇਲੇ ਜਦੋਂ ਗੇੜਾ ਦੇ ਕੇ ਘੁਮਾ ਕੇ ਨਾਗਣੀ ਬਾਹਰ ਨੂੰ ਖਿੱਚੀ, ਹਾਥੀ ਦੇ ਮੱਥੇ ਦੀਆਂ ਨਾੜਾਂ ਵੀ ਨਾਲ ਹੀ ਖਿੱਚ ਲਿਆਈ। ਹਿੱਲ ਗਿਆ ਦਿਮਾਗ, ਚੀਕਾਂ ਮਾਰਦਾ ਹੋਇਆ ਹਾਥੀ ਪਿੱਛੇ ਨੂੰ ਭੱਜ ਲਿਆ। ਗੁਰੂ ਸੁੰਡ ਨਾਲ ਤਲਵਾਰ ਬੰਨੀ ਹੋਈ ਸੀ, ਜਿਹੜੀ ਕੇਸਰੀ ਚੰਦ ਫੌਜ ਲਿਆਇਆ ਸੀ, ਹਾਥੀ ਨੇ ਤਾਂ ਉਹੀ ਵੱਢਣੀ ਸ਼ੁਰੂ ਕਰਤੀ। ਗੁਰੂ ਭਾਈ ਬਚਿੱਤਰ ਸਿੰਘ ਕਹਿੰਦਾ ਹੁਣ ਜਾਨਾ ਕਿੱਥੇ ਹੈ? ਮਗਰ ਭਜਾ ਕੇ ਨਾ ਘੋੜਾ ਉੱਤੇ ਚੜ ਗਿਆ। ਗੁਰੂ ਦੋਨੇ ਤਾਂ ਕੰਨ ਵੱਢੇ, ਕਹਿੰਦੇ ਨਾਲੇ ਵੱਢੀ ਪੂਛ, ਸੁੰਡ ਵੱਢਿਆ ਗੁਰਮੁਖੋ। ਹਾਥੀ ਨੇ ਫਿਰ ਕਈ ਲਤਾੜ ਹੀ ਮਾਰੇ। ਇਧਰੋਂ ਸਿੰਘਾਂ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਲਾਇਆ ਜੈਕਾਰਾ। ਫੌਜ ਭੱਜੀ ਜਾਂਦੀ ਸੀ। ਰਾਜਾ ਕੇਸਰੀ ਚੰਦ ਘੋੜੇ ਤੇ ਚੜ ਕੇ ਲੱਗਾ ਭੱਜਣ। ਭਾਈ ਉਦੇ ਸਿੰਘ ਨਾਲ ਫਿਰ ਮੁਕਾਬਲਾ ਹੋਇਆ। ਗੁਰੂ ਭਾਈ ਉਦੇ ਸਿੰਘ ਕਹਿੰਦਾ ਜਾਂਦਾ ਕਿੱਥੇ ਹੈ? ਉਹਨੇ ਫਿਰ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਰ ਵੱਢ ਕੇ ਗੁਰਮੁਖ ਪਿਆਰਿਓ ਵਰਸ਼ੇ ਦੇ ਉੱਤੇ ਟੰਗ ਕੇ ਜਕਾਰੇ ਲਾਉਂਦੇ ਆਉਂਦੇ ਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਫੌਜ ਤਾਂ ਚਲੀ ਗਈ, ਕੁਛ ਮਾਰਤੀ, ਕਈ ਜਾਨ ਬਚਾ ਕੇ ਭੱਜ ਗਏ ਗੁਰਮੁਖੋਂ।
ਇਹ ਸੂਰਮੇ ਰਾਜਾ ਕੇਸਰੀ ਚੰਦ ਦਾ ਸਿਰ ਵੱਢ ਕੇ ਆ ਗਏ ਵਾਪਸ। ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੀਤੇ ਦਰਸ਼ਨ, ਚਰਨਾਂ ਤੇ ਮੱਥਾ ਟੇਕ ਕੇ ਬਹਿ ਗਏ। ਹੁਣ ਸੁਣਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਸਿੰਘ ਨੂੰ ਤੇ ਭਾਈ ਉਦੇ ਸਿੰਘ ਨੂੰ ਗਲਵੱਕੜੀ ਚ ਲਿਆ। ਸਿੰਘੋ, ਮੈਨੂੰ ਤੁਹਾਡੇ ਤੇ ਇਹੀ ਆਸ ਸੀ। ਮੈਨੂੰ ਪਤਾ ਸਾਡੇ ਸੂਰਮੇ ਡੋਲਦੇ ਨਹੀਂ ਹੈਗੇ। ਤਰ੍ਹਾਂ ਤਰ੍ਹਾਂ ਦੇ ਬਚਨ ਬਖਸ਼ਿਸ਼ਾਂ ਖੁਸ਼ੀਆਂ ਦੀਆਂ ਕੀਤੀਆਂ, ਕਈ ਤਰ੍ਹਾਂ ਦੇ ਵਰ ਦਿੱਤੇ। ਮਹਾਰਾਜ ਤਾਂ ਚਲੇ ਗਏ ਆਪਣੇ ਆਸਣ ਤੇ, ਕੁਛ ਸੰਗਤ ਵੀ ਚਲੀ ਗਈ। ਫਿਰ ਭਾਈ ਦਇਆ ਸਿੰਘ ਨੂੰ ਧਰਮ ਸਿੰਘ ਨੇ ਪੁੱਛਿਆ ਵੀ ਧਰਮ ਸਿੰਘ ਕਹਿੰਦਾ, ਦਇਆ ਸਿੰਘਾ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ। ਇਹ ਹੁਣ ਤੁਸੀਂ ਵੀ ਸਮਝ ਲਿਓ ਜਿਹੜੀ ਗੱਲ ਕਹਿਣੀ ਚਾਹੁੰਦਾ। ਦਇਆ ਸਿੰਘ ਜੀ ਕਹਿੰਦੇ, ਪੁੱਛੋ ਕੀ ਨਹੀਂ ਸਮਝ ਆਇਆ ਬਈ? ਧਰਮ ਸਿੰਘ ਕਹਿੰਦੇ, ਪਿਆਰੇ ਦਇਆ ਸਿੰਘ ਜੀ, ਸਮਝ ਇਹ ਨਹੀਂ ਵੀ ਆਈ ਵੀ ਦੋਵੇਂ ਪਰਿਵਾਰ ਗੁਰੂ ਘਰ ਦੇ ਸ਼ਰਧਾਲੂ ਹੈ। ਭਾਈ ਬਚਿੱਤਰ ਸਿੰਘ ਮਨੀ ਸਿੰਘ ਦੇ ਪਰਿਵਾਰ ਚੋਂ ਹੈ। 28 ਮੈਂਬਰ ਇਹਨਾਂ ਦੇ ਪਰਿਵਾਰ ਚੋਂ ਸ਼ਹੀਦ ਹੋਇਆ ਗੁਰੂ ਘਰ ਦੀ ਖਾਤਰ। ਗੁਰਮੁਖ ਹੈ ਇਹ ਵੀ ਗੁਰੂ ਘਰ ਦੇ ਸੇਵਾਦਾਰ। ਤੇ ਜਿਹੜਾ ਦੁਨੀ ਚੰਦ ਸੀ, ਉਹ ਵੀ ਭਾਈ ਸਾਲੋ ਨੇ ਬਹੁਤ ਸੇਵਾ ਕੀਤੀ। ਪਰਿਵਾਰ ਉਹ ਵੀ ਗੁਰੂ ਘਰ ਦਾ ਸ਼ਰਧਾਲੂ। ਤੇ ਜੇ ਦੋਵੇਂ ਜੁੜੇ ਹੋਏ ਨੇ, ਮੈਨੂੰ ਸਮਝ ਨਹੀਂ ਆਈ ਵੀ ਦੁਨੀ ਚੰਦ ਕਿਉਂ ਡੋਲ ਗਿਆ ਤੇ ਬਚਿੱਤਰ ਸਿੰਘ ਕਿਉਂ ਨਹੀਂ ਡੋਲਿਆ। ਫਿਰ ਭਾਈ ਦਇਆ ਸਿੰਘ ਨੇ ਦੱਸਿਆ ਸੀ, ਕਹਿੰਦੇ ਧਰਮ ਸਿੰਘ ਜੀ, ਮੈਨੂੰ ਤਾਂ ਇਦਾਂ ਲੱਗਦਾ ਹੈ ਵੀ ਦੁਨੀ ਚੰਦ ਚੰਦ ਹੀ ਰਹਿ ਗਿਆ, ਬਸ ਚੜ ਗਿਆ ਚੰਦ ਜਿਹੜਾ ਨਹੀਂ ਚੜਨਾ ਚਾਹੀਦਾ ਸੀ। ਲਾਜ ਲਾਤੀ ਪਰਿਵਾਰ ਨੂੰ। ਇਹ ਬਚਿੱਤਰ ਸਿੰਘ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਸੀ। ਜੇ ਕਿਤੇ ਦੁਨੀ ਚੰਦ ਨੂੰ ਗੁਰੂ ਬਚਨ ਤੇ ਭਰੋਸਾ ਹੁੰਦਾ, ਫਿਰ ਉਹ ਗੁਰੂ ਦਾ ਬਚਨ ਮੰਨ ਕੇ ਅੰਮ੍ਰਿਤ ਛਕ ਕੇ ਦੁਨੀ ਸਿੰਘ ਸਜਿਆ ਹੁੰਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜੇ ਕਿਤੇ ਉਹ ਅੰਮ੍ਰਿਤ ਛਕ ਕੇ ਸਿੰਘ ਸਜਿਆ ਹੁੰਦਾ, ਫਿਰ ਉਹ ਵੀ ਨਹੀਂ ਸੀ ਡੋਲਦਾ। ਇਹ ਗੱਲ ਸਰੀਰ ਦੀ ਨਹੀਂ, ਸਰੀਰ ਦੀ ਤਾਕਤ ਨਹੀਂ, ਇਹ ਤਾਂ ਅੰਮ੍ਰਿਤ ਦੀ ਤਾਕਤ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। चिड़ियों से मैं बाज तड़ाऊं, 1.25 लाख से एक लड़ाऊं, तबै गोबिंद सिंह नाम कहां। ये तो अमृत की ताकत है कहते। हुण अगे सुनो, कई बारी आप इन्नी कथा सुन के छड्ड दिंदे आ, पर अगे पता की होया। भाई बचित्तर सिंह तां रहे गुरु घर दे शरधालू गुरमुखो। कई जंगां युद्धां च महाराज दा साथ दिता, ते जदों आनंदपुर साहिब छड्डना पिया, उस वेले भी भाई बचित्तर सिंह नाल ही सी गुरमुख। इन्हां ने जदों परिवार विछोड़ा पैना सी, आनंदपुर साहिब दा किला छड्ड के महाराज माछीवाड़े नूं जा रहे सी। सरसा पार करन तो पहला मलकपुर रंगड़ा पिंड पैंदा एक, उत्थे जंग होया सी बहुत वड्डा। उस युद्ध दे विच मलकपुर रंगड़ा भाई बचित्तर सिंह बहुत जख्मी हो गए सी। ਸਿੰਘਾਂ ने चुक के सरसा पार करवाती। जदों महाराज गए जिथे गुरुद्वारा भट्ठा साहिब है ना रोपड़, कोटला पिंड पैंदा, निहंग खां उहदा मालक सी। कोटला निहंग खां दे घरे उदों भाई बचित्तर सिंह बहुत जख्मी सी गुरमुख। ਉਹਦੇ ਘਰੇ ਮਹਾਰਾਜ ਉਹਦੀ ਡਿਊਟੀ ਲਾ ਗਏ ਸੀ ਵੀ ਇਹਨਾਂ ਦੀ ਸੇਵਾ ਸੰਭਾਲ ਕਰਿਓ, ਪਰ ਜ਼ਖਮ ਇੰਨੇ ਸੀ, ਖੂਨ ਇੰਨਾ ਵਹਿ ਚੁੱਕਿਆ ਸੀ। ਭਾਈ ਬਚਿੱਤਰ ਸਿੰਘ ਨੇ ਕੋਟਲਾ ਨਿਹੰਗ ਖਾਂ ਦੇ ਘਰੇ ਫਿਰ ਸ਼ਹੀਦੀ ਪਾਈ। ਆਖੋ ਸਤਨਾਮ ਵਾਹਿਗੁਰੂ। ਉੱਥੇ ਸਰੀਰ ਛੱਡਿਆ ਸੀ। ਗੁਰਦੁਆਰਾ ਸ਼ਹੀਦ ਗੰਜ ਭਾਈ ਬਚਿੱਤਰ ਸਿੰਘ ਉੱਥੇ ਬਣਿਆ ਹੋਇਆ ਗੁਰੂ। ਉਹਦਾ ਤਾਂ ਸ਼ਹੀਦਾਂ 'ਚ ਨਾਂ ਹੈ, ਮਾਣ ਨਾਲ ਨਾਂ ਲਿਆ ਜਾਂਦਾ ਹੈ। ਤੇ ਦੂਜੇ ਪਾਸੇ ਜਿਹੜਾ ਦੁਨੀ ਚੰਦ ਸੀ, ਜਿਹੜਾ ਡਰਦਾ ਮੌਤ ਤੋਂ ਭੱਜਿਆ ਸੀ, ਉਹਦੀ ਕੁਲ ਨੂੰ ਅੱਲ ਪੈਣ ਲੱਗੀ ਵੀ ਬੇਗੁਰਿਆਂ ਦਾ ਟੱਬਰ। ਸਾਰੇ ਕਿਹਾ ਕਰਨ ਕਿੱਧਰੋਂ ਆਇਆ, ਬੇਗੁਰਿਆਂ ਦੇ ਜਾ ਕੇ ਆਇਆ ਬਈ।
ਨੀਵੀਂ ਜੀ ਪਾ ਕੇ ਸ਼ਰਮ ਦੇ ਮਾਰੇ ਗੁਜ਼ਾਰਾ ਕਰਦੇ ਰਹੇ। ਫਿਰ ਕਰਦੇ ਵੀ ਕੀ ਹੋਰ, ਕਈ ਵਾਰੀ ਇੱਕ ਦੀ ਗਲਤੀ ਸਾਰਿਆਂ ਨੂੰ ਨੀਵੇਂ ਝੁਕਾ ਦਿੰਦੀ ਹੈ। ਪਰ ਉਸੇ ਪਰਿਵਾਰ ਵਿੱਚ ਫਿਰ ਇੱਕ ਨੂੰਹ ਆਈ। ਜਦੋਂ ਵਿਆਹੀ ਆਈ, ਕਿਸੇ ਨੇ ਪੁੱਛਿਆ ਕਿਹਦੀ ਨੂੰਹ ਹੈ ਕਿ ਬੇਗੁਰਿਆਂ ਦੀ। ਉਹਦੀ ਅਣਖ ਜਾਗੀ। ਉਹਨੇ ਫਿਰ ਪਤਾ ਕੀਤਾ ਵੀ ਗੱਲ ਕੀ ਹੈ। ਕਿਸੇ ਨੇ ਦੱਸਤਾ ਵੀ ਇਦਾਂ ਕਰਕੇ ਦੁਨੀ ਚੰਦ ਗੁਰੂ ਮਹਾਰਾਜ ਦਾ ਬਚਨ ਨਹੀਂ ਕਮਾ ਸਕਿਆ, ਮੌਤ ਤੋਂ ਡਰਦਾ ਭੱਜਿਆ ਆਇਆ ਸੀ। ਉਹ ਫਿਰ ਨੂੰਹ ਦੇ 2 ਬੱਚੇ ਹੋਏ। ਇੱਕ ਦਾ ਨਾਂ ਸੀ ਸਰੂਪਾ, ਇੱਕ ਦਾ ਨਾਂ ਸੀ ਅਨੂਪਾ। ਉਹ ਆਪਣੇ ਦੋਨੇ ਪੁੱਤਾਂ ਨੂੰ ਲੈ ਕੇ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ। ਕਹਿੰਦੀ ਸੱਚੇ ਪਾਤਸ਼ਾਹ, ਅਸੀਂ ਤਾਂ ਸੰਸਾਰੀ ਜੀਵ ਭੁੱਲਾਂ ਕਰਦੇ ਆਂ, ਤੁਸੀਂ ਤਾਂ ਸਮਰੱਥ ਗੁਰੂ ਹੋ। ਕਿਰਪਾ ਕਰੋ, ਜੇ ਸਾਡੇ ਵੱਡੇ ਵਡੇਰੇ ਦੁਨੀ ਚੰਦ ਨੇ ਗਲਤੀ ਕੀਤੀ, ਸਾਨੂੰ ਤਾਂ ਲੋਕ ਬੇਗੁਰਿਆਂ ਦਾ ਟੱਬਰ ਕਹਿੰਦੇ ਆ, ਤੇ ਮੇਰੀ ਬੇਨਤੀ ਹੈ, ਆ ਮੇਰੇ 2 ਪੁੱਤ ਹੈ, ਇਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਓ, ਆਪਣੀ ਫੌਜ 'ਚ ਹੀ ਰੱਖੋ, ਇਹ ਦੇਸ਼ ਕੌਮ ਲਈ ਕੁਰਬਾਨੀ ਕਰਨ। ਫਿਰ ਮਹਾਰਾਜ ਅੰਮ੍ਰਿਤ ਛਕਾਇਆ। ਉਹਨਾਂ ਦਾ ਨਾਂ ਪਿਆ ਸਰੂਪ ਸਿੰਘ ਤੇ ਅਨੂਪ ਸਿੰਘ ਗੁਰੂ। ਫਿਰ ਉਹ ਅੱਲ ਬੇਗੁਰਿਆਂ ਦੇ ਟੱਬਰ ਵਾਲੀ ਖਤਮ ਹੋਈ ਸੀ। ਆਖੋ ਸਤਨਾਮ ਵਾਹਿਗੁਰੂ। ਆਪਾਂ ਵੀ ਸਮਝਣਾ ਹੈ, ਜੇ ਕੋਈ ਗਲਤੀ ਜ਼ਿੰਦਗੀ 'ਚ ਹੋ ਗਈ ਗੁਰਮੁਖੋ, ਉਹਨੂੰ ਸਦਾ ਹੀ ਥੋੜੀ ਰੱਖੀ ਫਿਰਨਾ। ਆਪਣਾ ਮਨ ਤਿਆਰ ਕਰਕੇ, ਪ੍ਰੇਰ ਕੇ ਮਨ, ਜੇ ਭੁੱਲ ਗਏ ਟੁੱਟ ਗਏ ਗੁਰੂ ਘਰ ਦੀ ਮਰਿਆਦਾ ਤੋਂ, ਅਜੇ ਵੀ ਸਮਾਂ ਭਾਈ ਗੁਰੂ ਦੇ ਚਰਨੀ ਲੱਗ ਜਾਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਜੇ ਕੁਛ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਅਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਹਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਹਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਹਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਅਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਅਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਹਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਹਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਹਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਹਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਗੁਣ ਗਾਏ ਲੈ ਮਨਾ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ। ਆ ਹੁਣ ਕਥਾ ਤੁਸੀਂ ਸੁਣੀ ਹੈ ਗੁਰਮੁਖੋ। ਇਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਕਤ ਸੀ, ਜਿਹਨੇ ਮਸਤ ਹਾਥੀ ਦਾ ਵੀ ਮੁਕਾਬਲਾ ਕੀਤਾ। ਆਖੋ ਸਤਨਾਮ ਵਾਹਿਗੁਰੂ। ਤਾਂ ਕਹਿੰਦੇ ਆ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸੀ,
ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸੀ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ। ਗਿੱਦੜਾਂ ਵਾਂਗੂ ਜਿਉਂਦੇ ਸੀ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ। ਗਿੱਦੜਾਂ ਵਾਂਗੂ ਜਿਉਂਦੇ ਸੀ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ। ਗਿੱਦੜਾਂ ਵਾਂਗੂ ਜਿਉਂਦੇ ਸੀ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ। ਗਿੱਦੜਾਂ ਵਾਂਗੂ ਜਿਉਂਦੇ ਸੀ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ। ਗਿੱਦੜਾਂ ਵਾਂਗੂ ਜਿਉਂਦੇ ਸੀ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ। ਪਿਆਰਿਓ, ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਿਲਾ ਗਿਆ, ਮਰੀ ਹੋਈ ਕੌਮ 'ਚ ਦੁਬਾਰਾ ਜਾਨ ਪਾ ਗਿਆ। ਚਿੜੀਆਂ ਦੇ ਕੋਲੋਂ ਸਤਿਗੁਰ ਬਾਜਾਂ ਨੂੰ ਤੁੜਾ ਗਿਆ, ਸਵਾ ਸਵਾ ਲੱਖ ਨਾਲ ਕੱਲੇ ਨੂੰ ਲੜਾ ਗਿਆ। ਇਹ ਹੈ ਅੰਮ੍ਰਿਤ ਦੀ ਤਾਕਤ ਭਾਈ। ਸੋ ਬਹੁਤ ਵੱਡੀਆਂ ਕੁਰਬਾਨੀਆਂ ਕਰ ਕਰਕੇ ਮਹਾਰਾਜ ਨੇ ਸਾਨੂੰ ਸਰਦਾਰੀਆਂ ਲੈ ਕੇ ਦਿੱਤੀਆਂ। ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮਨਾਓ, ਸ਼ਹੀਦੀ ਦਿਹਾੜੇ ਮਨਾਓ, ਸੰਗਰਾਂਦ, ਮੱਸਿਆ, ਦਸਵੀਂ, ਜਦੋਂ ਵੀ ਕੋਈ ਸਮਾਂ ਮਿਲੇ ਆਓ ਗੁਰੂ ਮਹਾਰਾਜ ਦੇ ਚਰਨਾਂ 'ਚ। ਪਰ ਗੁਰੂ ਘਰ ਦੀ ਵਿਚਾਰ ਸੁਣੋ, ਗੁਰਬਾਣੀ ਨਾਲ ਜੁੜੋ ਭਾਈ। ਤੇ ਜਿਉਂਦੇ ਜਿਉਂਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਜ਼ਰੂਰ ਬਣੋ, ਫੇਰ ਹੀ ਫਾਇਦਾ ਗੁਰੂ। ਜੇ ਸੁਣ ਵੀ ਲਿਆ, ਮੰਨਿਆ ਨਾ, ਫੇਰ ਕੀ ਫਾਇਦਾ ਗੁਰਮੁਖ ਪਿਆਰੇ। ਸੋ ਇਹ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਸਾਂਝਾ ਕੀਤਾ ਹੈ। ਅੰਮ੍ਰਿਤ ਦੀ ਤਾਕਤ ਕਰਕੇ ਦੇਖੋ ਕਿੱਥੋਂ ਤੱਕ ਪਹੁੰਚੇ। ਤੇ ਮਾਣ ਨਾਲ ਕਹਿੰਦੇ ਹੁੰਦੇ ਸੀ, 5 ਘੁੱਟ ਪੀ ਕੇ ਤੇਰੇ ਬਾਟੇ ਵਿੱਚੋਂ ਅੰਮ੍ਰਿਤ, ਉਂਗਲਾਂ ਤੇ ਮੌਤ ਨੂੰ ਨਚਾਵੇ ਤੇਰਾ ਖਾਲਸਾ। ਇੱਕ ਮੁੱਠੀ ਛਕ ਤੇਰੇ ਲੰਗਰਾਂ 'ਚ ਛੋਲਿਆਂ ਦੀ, ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ। ਤੇਰੇ ਦਰ ਦੀਆਂ ਇਹ ਬੌਕਰਾਂ ਨੂੰ ਰਾਜ ਜਾਣੇ, ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ। ਭੀਮ ਚੰਦ ਰਾਜਾ ਇੱਕ ਵਾਰੀ ਮਹਾਰਾਜ ਕੋਲੇ ਆ ਗਿਆ, ਕਹਿੰਦਾ ਜੀ ਤੁਹਾਡੇ ਸਿੰਘਾਂ 'ਚ ਤਾਂ ਬਾਹਲੀ ਤਾਕਤ ਹੈ, ਫੌਜ ਤਾਂ ਸਾਡੇ ਕੋਲੇ ਵੀ ਹੈਗੀ, ਖਾਂਦੇ ਪੀਂਦੇ ਵੀ ਬਹੁਤ ਹੈ, ਤੁਹਾਡੇ ਵਰਗੀ ਦਲੇਰੀ ਨਹੀਂ ਹੈਗੀ ਸਾਡੀ ਫੌਜ 'ਚ। ਪਾਤਸ਼ਾਹ ਕਹਿੰਦੇ ਭਾਈ ਇਹ ਅੰਮ੍ਰਿਤ ਦੀ ਤਾਕਤ ਹੈ। ਕਹਿੰਦਾ ਜੀ ਸਾਨੂੰ ਵੀ ਮਿਲ ਸਕਦਾ ਹੈ। ਪਾਤਸ਼ਾਹ ਕਹਿੰਦੇ ਇੱਥੇ ਤਾਂ ਭਾਵੇਂ ਦੁਸ਼ਮਣ ਵੀ ਆ ਜੇ ਤਾਂ ਵੀ ਜਵਾਬ ਨਹੀਂ ਹੈਗਾ। ਛਕ ਲੋ ਅੰਮ੍ਰਿਤ, ਛਕ ਜਿਓ, ਸਿੰਘ ਸਜੋ। ਉਸ ਵੇਲੇ ਭੀਮ ਚੰਦ ਰਾਜੇ ਨੇ ਇੱਕ ਗੱਲ ਕਹੀ ਸੀ, ਕਹਿੰਦਾ ਜੀ ਅਸੀਂ ਅੰਮ੍ਰਿਤ ਛਕ ਲਾਂਗੇ, ਤਿਆਰ ਹਾਂ, ਪਰ ਸਾਨੂੰ ਇੱਕ ਗੱਲ ਚੰਗੀ ਨਹੀਂ ਲੱਗਦੀ। ਕਹਿੰਦਾ ਮਹਾਰਾਜ ਕਹਿੰਦੇ ਕੀ? ਕਹਿੰਦਾ ਜੀ ਜਦੋਂ ਅੰਮ੍ਰਿਤ ਛਕਾਉਂਦੇ ਹੋ, ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ, ਜਿਹੜੇ ਪੰਗਤ ਵਿੱਚ ਬੈਠੇ ਹੁੰਦੇ ਆ ਸਾਰਿਆਂ ਨੂੰ ਇੱਕੋ ਬਾਟੇ ਛਕਾਉਂਦੇ ਹੋ। ਇਹ ਸ਼ਬਦ ਵਰਤੇ ਸੀ, ਕਹਿੰਦਾ ਨਿੱਕੀਆਂ ਮੋਟੀਆਂ ਜਾਤਾਂ ਨੂੰ ਵੀ ਵਿੱਚ ਹੀ ਬਿਠਾ ਲੈਂਦੇ। ਗੁਰੂ ਜੀ ਨੂੰ ਆਇਆ ਰੋਬ, ਕਹਿੰਦੇ ਉਹ ਭੀਮ ਚੰਦਾ ਨੱਠ ਜਾ ਇੱਥੋਂ, ਤੂੰ ਹਜੇ ਅੰਮ੍ਰਿਤ ਦੇ ਯੋਗ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮੈਂ ਰਾਜਾ ਇੱਥੋਂ ਦਾ, ਜੇ ਮੈਂ ਤੁਹਾਡਾ ਸਿੰਘ ਸਜੂ, ਮੇਰੀ ਫੌਜ ਅੰਮ੍ਰਿਤ ਛਕੂ, ਤੁਹਾਡੀਆਂ ਵੋਟਾਂ ਵਧਣਗੀਆਂ। ਆ ਗਰੀਬਾਂ ਨੂੰ ਵਿੱਚੋਂ ਕੱਢ ਦੋ। ਮਹਾਰਾਜ ਕਹਿੰਦੇ ਮੈਨੂੰ ਜ਼ਿਆਦਾ ਵੋਟਾਂ ਜਾਂ ਨੋਟਾਂ ਦੀ ਲੋੜ ਨਹੀਂ ਹੈ। ਜਿਨ੍ਹਾਂ ਨੂੰ ਤੂੰ ਨਿੱਕੀਆਂ ਮੋਟੀਆਂ ਜਾਤਾਂ ਦੱਸਦਾ ਹੈ, ਯਾਦ ਰੱਖੀ, ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾऊं, ਤਬੈ ਗੋਬਿੰਦ ਸਿੰਘ ਨਾਮ ਕਹਾ। ਮਹਾਰਾਜ ਕਹਿੰਦੇ ਇਹੀ ਸੀ ਮੱਚਦੀ ਅੱਗ ਦਿੱਲੀ ਵੇਲੇ, ਜਦੋਂ ਸੀਸ ਲਿਆਏ ਸੀ ਚੱਕ ਕੇ ਪਿਤਾ ਜੀ ਦਾ। ਓਏ ਹੁਣ ਤੱਕ ਮੇਰੇ ਨਾਲ ਨਿਭਾਉਂਦੇ ਆਏ ਨੇ, ਅੱਜ ਤੂੰ ਕਹਿੰਦਾ ਇਹਨਾਂ ਨੂੰ ਵੱਖ ਕਰ ਦਿਆਂ, ਇਹ ਨਹੀਂ ਹੋ ਸਕਦਾ। ਕਿੱਡਾ ਮਾਣ ਮਹਾਰਾਜ ਨੇ ਕੀਤਾ, ਤੇ ਉਹ ਬਚਨ ਵੀ ਸਮੇਂ-ਸਮੇਂ ਤੇ ਪੂਰੇ ਕੀਤੇ। ਜੇ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾਇਆ, ਕਹਿੰਦੇ ਨੇ ਰੰਗਰੇਟਾ ਗੁਰੂ ਕਾ ਬੇਟਾ। ਚਮਕੌਰ ਸਾਹਿਬ ਦੀ ਗੜੀ ਛੱਡਣ ਲੱਗੇ
ਤਾਂ ਕਲਗੀ ਬਾਬਾ ਸੰਗਤ ਸਿਉ ਨੂੰ ਬਖਸ਼ੀ ਗੁਰਮੁਖ, ਬਰਾਬਰ ਰੱਖਿਆ ਮਾਨ ਸਭ ਦਾ। ਰਾਜਿਆਂ ਦੀ ਪਰਵਾਹ ਨਹੀਂ ਸੀ ਕੀਤੀ ਗੁਰਮੁਖ, ਕੋਈ ਪਰਵਾਹ ਨਹੀਂ। ਭੀਮ ਚੰਦ ਨੂੰ ਕਹਿੰਦੇ ਨੱਠ ਜਾ ਇੱਥੋਂ, ਜੇ ਸੱਚ ਪੁੱਛੇ ਜਿਨ੍ਹਾਂ ਨੂੰ ਤੂੰ ਗਰੀਬ ਸਮਝਦਾ ਹੈ, ਮੇਰਾ ਤਾਂ ਜੀ ਕਰਦਾ ਜੇ ਮੈਨੂੰ ਸੇਵਾ ਦਾ ਮੌਕਾ ਮਿਲੇ ਮੈਂ ਸੇਵਾ ਹੀ ਇਹਨਾਂ ਦੀ ਕਰਾਂ। ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ। ਮੇਰਾ ਤਾਂ ਜੀ ਕਰਦਾ ਮੈਂ ਸੇਵਾ ਇਹਨਾਂ ਦੀ ਕਰਾਂ, ਹੋਰਾਂ ਦੀ ਸੇਵਾ ਮੈਨੂੰ ਪਸੰਦ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਅੱਜ ਆਪਾਂ ਗੁਰਮੁਖ ਪਿਆਰਿਓ ਗੁਰੂ ਮਹਾਰਾਜ ਦਾ ਜਿਹੜਾ ਮਾਣ ਕੀਤਾ ਸੀ, ਸਤਿਕਾਰ ਕੀਤਾ ਸੀ, ਕਈ ਵੀਰ ਉਹਨਾਂ ਨੂੰ ਭੁਲਾ ਕੇ ਨਾ ਗਲਤ ਰਾਹਾਂ ਤੇ ਤੁਰੇ ਹੋਏ, ਗੁਰੂ ਘਰ ਦੀ ਮਰਿਆਦਾ ਛੱਡ ਗਏ। ਸਾਡੀ ਗਲਤੀ ਹੈ ਗੁਰਮੁਖੋ, ਸਾਡਾ ਉਧਾਰ, ਸਾਡੀ ਗਤੀ ਗੁਰੂ ਬਿਨਾ ਹੋਣੀ ਨਹੀਂ। ਬਾਕੀ ਆਪਣੇ ਤਾਂ ਮਾਲਵੇ ਦੇ ਬੈਠੇ ਆ ਆਪਾਂ, ਇੱਥੇ ਤਾਂ ਬਖਸ਼ਿਸ਼ਾਂ ਹੀ ਸਤਿਗੁਰ ਨੇ ਬਹੁਤ ਕੀਤੀਆਂ। ਅੱਗੇ ਨਾ ਤਾਂ ਫਸਲਾਂ ਹੁੰਦੀਆਂ ਸੀ, ਨਾ ਨੇੜੇ ਤੇੜੇ ਪਾਣੀ ਹੁੰਦਾ ਸੀ, ਨਾ ਹੀ ਕੋਈ ਵਿਦਿਆ ਪੜ੍ਹੀ ਜਾਂਦੀ ਸੀ। ਆ ਜਿਹੜੀ ਹੁਣ ਹਰੇਕ ਚਾਹੁੰਦਾ ਨਾ ਮੇਰੀ ਧੀ ਜਾਂ ਮੇਰਾ ਪੁੱਤ ਪੜ੍ਹ ਜੇ, ਛੇਤੀ ਚੰਗੇ ਅਫਸਰ ਬਣ ਜਾਣ ਜਾਂ ਬਾਹਰ ਕਿਤੇ ਚਲੇ ਜਾਣ। ਇਹ ਵਿਦਿਆ ਪੜ੍ਹਨ ਵਾਸਤੇ ਪਹਿਲਾਂ ਬਨਾਰਸ ਜਾਣਾ ਪੈਂਦਾ ਸੀ, ਕਾਸ਼ੀ। ਚਲੋ ਮੁੰਡਿਆਂ ਨੂੰ ਤਾਂ ਭੇਜ ਦਿੰਦੇ, ਕੁੜੀਆਂ ਨੂੰ ਕੌਣ ਭੇਜਦਾ ਸੀ ਗੁਰਮੁਖ? ਤੁਹਾਨੂੰ ਪਤਾ ਬੀਬੀਓ, ਕੋਈ ਸਮਾਂ ਉਹ ਸੀ ਕਹਿੰਦੇ ਸੀ ਕੁੜੀ ਤਾਂ ਬਗਾਨੇ ਘਰ ਦਾ ਕੂੜਾ ਹੈ, ਇਹਨੂੰ ਘਰੋਂ ਬਾਹਰ ਨਹੀਂ ਕੱਢਣਾ ਆਪਾਂ। ਤੇ ਜਿੱਥੇ ਵਿਆਹੀ ਜਾਂਦੀ ਉਹ ਕਹਿੰਦੇ ਸੀ ਇਹ ਬਗਾਨੇ ਘਰ ਦੀ ਜਾਈ ਹੋਈ ਹੈ। ਕੋਈ ਸਤਿਕਾਰ ਨਹੀਂ ਸੀ। ਤੁਹਾਨੂੰ ਜੇ ਸਤਿਕਾਰ ਦਿੱਤਾ ਤਾਂ ਗੁਰੂ ਘਰ ਨੇ ਦਿੱਤਾ। ਮਹਾਰਾਜ ਕਹਿੰਦੇ ਸੋ ਕਿਉ ਮੰਦਾ ਆਖੀਆ ਜਿਤ ਜੰਮੈ ਹੈ ਰਾਜਾ। ਕੁੜੀਆਂ ਨੂੰ ਸੀ ਪੜ੍ਹਨ ਨਹੀਂ ਸੀ ਭੇਜਦੇ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਕਾਂਸ਼ੀ ਵਿੱਚ ਪੜ੍ਹਨ ਵਾਸਤੇ 5 ਸਿੱਖ ਭੇਜੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਗੁਰੂ ਕੇ ਸਿੱਖ ਹੈ, ਮੋੜ ਤੇ ਕਹਿੰਦੇ ਤੁਹਾਨੂੰ ਨਹੀਂ ਪੜਾਉਣੀ ਵਿਦਿਆ। ਫਿਰ ਮਹਾਰਾਜ ਨੇ ਕਿਹਾ ਭੇਸ਼ ਬਟਾ ਕੇ ਜਾਇਓ, ਜੇ ਪੁੱਛਣ ਤਾਂ ਕਹਿ ਦਿਓ ਅਸੀਂ ਨਿਰਮਲੇ ਆ। ਫਿਰ ਉਹ 5 ਸਿੰਘ ਗਏ ਸੀ, ਕਾਸ਼ੀ ਤੋਂ ਵਿਦਿਆ ਪੜ੍ਹ ਕੇ ਆਏ। ਮਹਾਰਾਜ ਨੇ ਫਿਰ ਉਹਨਾਂ ਦੀ ਡਿਊਟੀ ਲਾਈ ਸੀ ਵੀ ਸਾਰੇ ਸਿੱਖਾਂ ਨੂੰ ਵਿਦਿਆ ਪੜ੍ਹਾਓ। ਤੇ ਜਦੋਂ ਮਹਾਰਾਜ ਆਏ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਇੱਥੇ ਗੁਰਮੁਖ ਪਿਆਰਿਓ ਬਚਨ ਕਰਤਾ ਸੀ, ਕਹਿੰਦੇ ਇਹ ਗੁਰੂ ਕੀ ਕਾਸ਼ੀ ਪ੍ਰਗਟ ਹੋਊ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਵਿਦਿਆ ਪੜ੍ਹਨ ਵਾਸਤੇ ਉਹ ਕਾਂਸ਼ੀ ਜਾਣ ਦੀ ਲੋੜ ਨਹੀਂ, ਵਿਦਿਆ ਬਨਾਰਸ ਇੱਥੇ ਗੁਰੂ ਕੀ ਕਾਸ਼ੀ ਬਣੂ ਕਹਿੰਦੇ। ਆ ਉਦੋਂ ਬਾਅਦ ਸਕੂਲ ਕਾਲਜ ਬਣੇ। ਭਾਈ ਡੱਲ ਸਿਓ ਨੇ ਬਹੁਤ ਸੇਵਾ ਕੀਤੀ। ਇਹ ਤਾਂ ਠੀਕ ਹੈ ਵੀ ਜਦੋਂ ਬੰਦੂਕ ਦੀ ਪਰਖ ਕੀਤੀ ਉਦੋਂ ਤਾਂ ਡੋਲ ਗਿਆ ਸੀ, ਪਰ ਜੇ ਦੂਜਾ ਪੱਖ ਵੇਖੋ, ਦਿੱਲੀ ਦੀ ਸਰਕਾਰ ਨਾਲ ਹੋਵੇ ਟੱਕਰ, ਸੂਬਾ ਸਰਹੰਦ ਮੰਗਰ ਫੌਜਾਂ ਲੈ ਕੇ ਗੁਰੂ ਜੀ ਨੂੰ ਮਾਰਨ ਵਾਸਤੇ ਫਿਰਦਾ ਹੋਵੇ। ਡੱਲੇ ਸਰਦਾਰ ਨੂੰ ਵੀ 2 ਚਿੱਠੀਆਂ ਪਾਈਆਂ ਸੀ, ਕਹਿੰਦਾ ਤੇਰੀ ਓਟ ਲੈ ਕੇ ਗੁਰੂ ਗੋਬਿੰਦ ਸਿੰਘ ਇੱਥੇ ਬੈਠਾ, ਇਹਨੂੰ ਭਜਾ ਦੇ ਛੇਤੀ। ਉਹਨਾਂ ਹਾਲਾਤਾਂ ਵਿੱਚ 9 ਮਹੀਨੇ ਗੁਰੂ ਜੀ ਨੂੰ ਰੱਖਣਾ ਕਿਹੜਾ ਸੌਖਾ ਸੀ ਗੁਰਮੁਖ। ਕੁਰਬਾਨੀ ਵੀ ਵੱਡੀ ਹੈ। ਆਪ ਪਹਿਰਾ ਦੇਣਾ। ਇੱਕ ਦਿਨ ਮਹਾਰਾਜ ਕਹਿੰਦੇ ਡੱਲੇ ਸਰਦਾਰ ਤੇਰੀ ਸੇਵਾ ਪ੍ਰਵਾਨ ਹੈ, ਕੁਛ ਮੰਗ। ਕਹਿੰਦਾ ਜੀ ਇੱਕ ਤਾਂ ਸਾਡੇ ਪਾਣੀ ਦੀ ਘਾਟ ਹੈ, ਮੀਂਹ ਪਵਾ ਦਿਓ। ਮਹਾਰਾਜ ਕਹਿੰਦੇ ਪੈ ਜੂ। ਫਸਲਾਂ ਹੋਣ ਲੱਗ ਜਾਣ, ਨਹਿਰਾਂ ਨੂਰਾਂ ਨਿਕਲ ਆਉਣ ਤਾਂ ਸੁਖੀ ਰਹਿ ਸਕਦੇ। ਉਦੋਂ ਮਹਾਰਾਜ ਨੇ 3 ਬਚਨ ਕੀਤੇ ਸੀ। ਝਾਕ ਕੇ ਨਾ ਖੇਤਾਂ ਬੰਨੀ ਕਹਿੰਦੇ ਦੇਖ ਡੱਲਿਆ ਉਹ ਨਹਿਰਾਂ ਵਗਦੀਆਂ। ਪਰ ਡੱਲਾ ਸਰਦਾਰ ਉੱਥੇ ਮਹਾਰਾਜ ਦਾ ਬਚਨ ਕੱਟ ਗਿਆ। ਕਹਿੰਦਾ ਜੀ ਨਹਿਰਾਂ ਕਾਹਨੂੰ ਐ, ਤੁਸੀਂ ਆਇਓ ਆਨੰਦਪੁਰ ਸਾਹਿਬ ਵੱਲਿਓ, ਮੈਨੂੰ ਲੱਗਦਾ ਤੁਹਾਨੂੰ ਭੁਲੇਖੇ ਜੇ ਪੈਂਦੇ ਆ। ਕਹਿੰਦਾ ਇੱਥੇ ਕਿੱਥੇ ਨਹਿਰਾਂ, ਇਹ ਤਾਂ ਧੁੱਪ ਨਾਲ ਟਿੱਬਿਆਂ ਦਾ ਰੇਤਾ ਚਮਕਦਾ। ਫਿਰ ਦੂਜਾ ਬਚਨ ਗੁਰੂ ਜੀ ਨੇ ਕੀਤਾ, ਕਹਿੰਦੇ ਇਧਰਲੇ ਪਾਸੇ ਤਾਂ ਬਹੁਤ ਕਣਕ ਖੜੀ ਹੈ।
ਕਹਿੰਦਾ ਇਹ ਤਾਂ ਘਾਹ ਤੇ ਉਲੇਹਾ, ਇੱਥੇ ਕਿੱਥੇ ਕਣਕਾਂ, ਕਹਿੰਦਾ ਉਹ ਵੀ ਮੋੜਤਾ। ਤੀਜਾ ਬਚਨ ਗੁਰੂ ਗੋਬਿੰਦ ਸਿੰਘ ਨੇ ਕੀਤਾ ਸੀ, ਕਹਿੰਦੇ ਉਹ ਵੇਖ ਅੰਬ ਆੜੂ ਲੱਗੇ ਪਏ। ਕਹਿੰਦਾ ਫੇਰ ਉਹੀ ਗੱਲ ਕਰਤੀ, ਇਹ ਅੰਬਾੜੂ ਨਹੀਂ, ਇੱਥੇ ਤਾਂ ਅੱਕਾਂ ਦੀਆਂ ਕੁਕੜੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈਆਂ ਦੀ ਆਦਤ ਹੁੰਦੀ ਆ, ਜਿੰਨਾ ਮਰਜ਼ੀ ਚੰਗਾ ਕਹਿ ਲਓ ਉਹਨਾਂ ਨੇ ਟੋਕ ਹੀ ਦੇਣਾ ਹੁੰਦਾ ਗੁਰੂ ਕੋ। ਜੇ ਤੁਹਾਡੇ 'ਚ ਵੀ ਹੈਗੀ ਆ ਤੇ ਇਹ ਆਦਤ ਬਦਲ ਲਓ। ਕਈ ਵਾਰੀ ਸਾਧੂ ਸੰਤਾਂ ਦੇ ਬਚਨ ਵੀ ਮੋੜ ਲੈਂਦੇ ਆਪਾਂ। ਮਹਾਰਾਜ ਫਿਰ ਕਹਿੰਦੇ ਡੱਲਿਆ, 3 ਬਚਨ ਅਸੀਂ ਕੀਤੇ ਤੇ ਤੂੰ ਤਿੰਨੇ ਹੀ ਮੋੜਤੇ। ਜੇ ਇੱਕ ਵਾਰੀ ਵੀ ਹਾਂ ਕਹਿ ਦਿੰਦਾ ਹੁਣੇ ਹੀ ਭਾਗ ਲੱਗ ਜਾਣੇ ਸੀ। ਲੈ ਯਾਦ ਰੱਖੀ, ਇੱਥੇ ਨਹਿਰਾਂ ਵੀ ਵਗਣਗੀਆਂ, ਇੱਥੇ ਫਸਲਾਂ ਵੀ ਹੋਣਗੀਆਂ, ਇੱਥੇ ਅੰਬ ਆੜੂ ਵੀ ਹੋਇਆ ਕਰਨਗੇ। ਹੋਏਗਾ ਤਾਂ ਸਭ ਕੁਝ, ਪਰ ਤੂੰ ਨਹੀਂ ਦੇਖ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਜਿਹੜੀਆਂ ਨਹਿਰਾਂ ਵਗਦੀਆਂ ਨਾ, ਫਸਲਾਂ ਹੁੰਦੀਆਂ, ਫਲਦਾਰ ਬੂਟੇ ਲੱਗਣ ਲੱਗੇ, ਇਹ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਕਰਕੇ ਹੈ ਗੁਰੂ। ਉਦੋਂ ਹੀ ਪਾਤਸ਼ਾਹ ਨੇ ਕਿਹਾ ਸੀ ਡੱਲਿਆ, ਮਾਲੋ ਮਾਲ ਮਾਲਵਾ, ਮਾਲੋ ਮਾਲ ਮਾਲਵਾ, ਮਾਲ ਮਾਲਵਾ, ਮਾਲੋ ਮਾਲ ਮਾਲਵਾ, ਮਾਲ ਮਾਲਵਾ, ਮਾਲੋ ਮਾਲ ਮਾਲਵਾ, ਮਾਲੋ ਮਾਲ ਮਾਲਵਾ ਜੀ, ਮਾਲੋ ਮਾਲ ਮਾਲਵਾ, ਮਾਲੋ ਮਾਲ ਮਾਲਵਾ, ਮਾਲੋ ਮਾਲ ਮਾਲਵਾ, ਮਾਲੋ ਮਾਲ ਮਾਲਵਾ ਜੀ, 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 ਮਾਲੋ ਮਾਲ ਮਾਲਵਾ। ਉਹ ਬਚਨ ਵੀ ਕੀਤਾ ਤੇ ਮਾਲਵੇ ਨੂੰ ਮਾਲੋ ਮਾਲ ਵੀ ਕੀਤਾ ਹੈ। ਅੱਜ ਕਿਹੜੀ ਘਾਟ ਹੈ ਗੁਰਮੁਖੋ, ਫੈਕਟਰੀਆਂ ਇੱਥੇ ਲੱਗ ਗਈਆਂ, ਕਿੰਨੇ ਸਕੂਲ ਕਾਲਜ ਬਣ ਗਏ, ਸਾਡੀਆਂ ਬੱਚੀਆਂ ਪੜ੍ਹ ਲਿਖ ਕਰਕੇ ਬਹੁਤ ਉੱਚੇ ਉੱਚੇ ਅਹੁਦਿਆਂ ਤੇ ਪਹੁੰਚ ਗਈਆਂ ਗੁਰਮੁਖੋ। ਤੇ ਸਾਨੂੰ ਚਾਹੀਦਾ ਹੈ ਇਹ ਜਿਹੜੀਆਂ ਬਖਸ਼ਿਸ਼ਾਂ ਸਾਡੇ ਕੋਲ ਹੈ, ਅਸੀਂ ਗੁਰੂ ਜੀ ਦਾ ਸ਼ੁਕਰਾਨਾ ਕਰੀਏ। ਗੁਰੂ ਸਮਝੋ ਪਿਆਰਿਓ, ਇਹ ਸਾਡਾ ਇਤਿਹਾਸ ਹੈ, ਯਾਦ ਰੱਖਣਾ। ਤੇਰੇ ਪਿੱਛੇ ਘਰ ਕਿਸੇ ਆਪਣਾ ਲੁਟਾਇਆ ਏ, ਸਾਰਾ ਜੱਗ ਛੱਡ ਤੈਨੂੰ ਗਲ ਨਾਲ ਲਾਇਆ ਏ, ਦੱਸੋ ਦੇ ਪਿਆਰ ਦਾ ਤੂੰ ਕੀ ਮੁੱਲ ਪਾਇਆ ਏ। ਜਿਨ੍ਹਾਂ ਨੇ ਸਾਡੀ ਖਾਤਰ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਇਹੀ ਬੇਨਤੀਆਂ ਨੇ ਆਪ ਜੀ ਨੇ ਪ੍ਰਵਾਨ ਕਰਨੀਆਂ। ਜਦੋਂ ਵੀ ਸਮਾਂ ਮਿਲੇ ਵੱਧ ਚੜ ਕੇ ਸੇਵਾ ਕਰੋ ਗੁਰੂ, ਬਾਣੀ ਸੁਣਿਆ ਕਰੋ, ਬਾਣੀ ਪੜ੍ਹਿਆ ਕਰੋ, ਅੰਮ੍ਰਿਤ ਛਕ ਕੇ ਬੱਚੇ ਬੱਚੀਆਂ ਗੁਰੂ ਕੇ ਸਿੰਘ ਸਜੋ, ਸਿਰ ਤੇ ਦਸਤਾਰਾਂ ਸਜਾਓ, ਕੇਸ ਦਾੜੀਆਂ ਰੱਖੋ। ਜਿਹੜੀ ਦਸਤਾਰ ਹੈ ਇਹਦੇ ਬਿਨਾਂ ਸਰਦਾ ਤਾਂ ਹੈ ਨਹੀਂ। ਜਦੋਂ ਮੁੰਡੇ ਦਾ ਜਨਮ ਹੁੰਦਾ ਹੈ, ਕਈ ਨਾਨਕੇ ਪੱਗ ਲਿਆਉਣਗੇ ਛਟੀ ਦੇ ਮੌਕੇ, ਗੁਰੂ ਬੰਨਦੇ ਆਪਾਂ। ਉਹ ਭਾਵੇਂ ਨਾ ਬੰਨੋ, ਵਿਆਹ ਸ਼ਾਦੀ ਮੌਕੇ ਕਹਿਣਗੇ ਜ਼ਰੂਰ ਪੱਗ ਬੰਨੋ, ਪੈਸੇ ਦੇ ਕੇ ਮੁੱਲ ਨੂੰ ਵੀ ਬਣਾਈ ਦੀ ਹੈ। ਇਹ ਸਾਡੇ ਸਿਰ ਦਾ ਤਾਜ ਹੈ। ਰੱਬ ਨਾ ਕਰੇ ਕਿਸੇ ਦੇ ਪਿਤਾ ਦੀ ਮੌਤ ਹੋ ਜੇ, ਫਿਰ ਵੀ ਮੁੰਡੇ ਦੇ ਸਿਰ ਤੇ ਪੱਗ ਬੰਨ੍ਹਦੇ ਆ, ਕਹਿੰਦੇ ਨਾ ਵੀ ਫਲਾਣੇ ਨੂੰ ਪੱਗ ਦੇਤੀ। ਉਹ ਪੱਗ ਨੂੰ ਕੋਈ 5-7 ਮੀਟਰ ਦਾ ਕੱਪੜਾ ਸਮਝ ਕੇ ਨਾ ਛੱਡਿਆ ਕਰੋ। ਉਹਦਾ ਭਾਵ ਇਹ ਹੁੰਦਾ ਹੈ ਇਹ ਇੱਕ ਵੱਡੀ ਜ਼ਿੰਮੇਵਾਰੀ ਸੀ ਜਿਹੜੀ ਅੱਜ ਤੋਂ ਤੇਰੇ ਸਿਰ ਆਏ। ਆਖੋ ਸਤਨਾਮ। ਕਈ ਤਾਂ ਰੱਖਦੇ ਆ ਸਾਂਭ ਕੇ, ਕਈ ਫਿਰ ਪਹਿਲੀ ਧੋ ਵੀ ਨਹੀਂ ਪੈਣ ਦਿੰਦੇ, ਲੀਰਾ ਕਰ ਲੈਂਦੇ ਆ ਗੁਰੂ, ਟੁੱਟ ਜਾਂਦੇ ਆ ਪਰਿਵਾਰ। ਸੋ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੋ ਭਾਈ। ਦਸਤਾਰਾਂ ਜ਼ਰੂਰ ਸੁਣਾਇਆ ਕਰੋ, ਦੇਖਣ ਵਾਲਾ ਕਵੇ ਗੁਰੂ ਕਾ ਸਿੰਘ ਸਰਦਾਰ ਆਉਂਦਾ ਹੈ। ਇਹ ਸਰਦਾਰੀ ਨੂੰ ਆਪਣੀ ਨੂੰ ਕਾਇਮ ਰੱਖੋ। ਇਹੀ ਇਹਨਾਂ ਪ੍ਰੋਗਰਾਮਾਂ ਦਾ ਮੁੱਖ ਮਕਸਦ ਹੈ।
ਸੋ ਚੱਠੇਵਾਲ ਨਗਰ ਦੀ ਸਾਰੀ ਸੰਗਤ ਦਾ ਧੰਨਵਾਦ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ, ਸਤਿਕਾਰਯੋਗ ਬਾਬਾ ਜੀ ਜਿਹੜੇ ਹਰ ਸਾਲ ਸੋਹਣਾ ਉਪਰਾਲਾ ਕਰਦੇ ਐ, ਧਾਰਮਿਕ ਸਮਾਗਮ ਵੀ ਕਰਵਾਉਂਦੇ ਐ, ਨਗਰ ਕੀਰਤਨ ਵੀ ਹੁੰਦਾ ਹੈ, ਅਖੰਡ ਪਾਠ ਸਾਹਿਬ ਵੀ ਪ੍ਰਕਾਸ਼ ਹੁੰਦੇ ਨੇ, ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਚੱਲਦੇ ਐ। ਸੋ ਇਹ ਕਾਰਜ ਸਾਰਾ ਰਲ ਮਿਲ ਕੇ ਕਰਨਾ। ਗੁਰਮੁਖੋ ਕਾਰਜ ਤਾਂ ਗੁਰੂ ਘਰ ਦੇ ਚੱਲਦੇ ਹੀ ਰਹਿਣੇ ਆ, ਤੇ ਜਿੰਨਾ ਜਿੰਨਾ ਆਪਣਾ ਹਿੱਸਾ ਪਾ ਲਓਗੇ ਸਾਡੀਆਂ ਕਿਰਤ ਕਮਾਈਆਂ ਸਫਲ ਹੋ ਜਾਣਗੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਸੇਵਾ ਤੇ ਸਿਮਰਨ ਦਾ ਮਹਾਕੁੰਭ ਆਪਾਂ ਨੂੰ ਮਿਲਿਆ ਹੈ। ਇਹ ਮੌਕੇ ਨੂੰ ਖੰਝਾਓ ਨਾ, ਵੱਧ ਚੜ ਕੇ ਲਾਹਾ ਪ੍ਰਾਪਤ ਕਰੋ। ਆਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ।